ਇਹ ਕਿੱਡੀ ਵੱਡੀ ਮੰਗ। ਔਰ ਆਪਾਂ ਜਾਣਦੇ ਨੇ ਇਸ ਨੂੰ। ਜਿਤਨੇ ਵੀ ਧਰਮ ਹਨ ਉਹਨਾਂ ਧਰਮਾਂ ਦੇ ਅੰਦਰ ਸਾਰੇ ਧਰਮਾਂ ਦੇ ਉੱਤੇ ਉਹਨਾਂ ਦੇ ਜਿਹੜੇ ਰਹਿਬਰ ਸੀ ਉਹਨਾਂ ਪਾਬੰਦੀਆਂ ਲਾ ਦਿੱਤੀਆਂ। ਜਿਵੇਂ ਸਿੱਖ ਸਮਾਜ ਦੇ ਵਿੱਚ 5 ਟਾਈਮ ਗੁਰਦੁਆਰੇ ਜਾਣਾ ਹੈ ਜਾਂ ਸਿਮਰਨ ਕਰਨਾ 5 ਟਾਈਮ। ਫਿਰ ਸਵੇਰੇ ਕਿੰਨੀ ਵਾਰੀ ਜਪਜੀ ਸਾਹਿਬ ਦਾ ਪਾਠ ਕਰਦੇ, ਕਈ ਦੁਪਹਿਰ ਨੂੰ ਸੁਖਮਨੀ ਦਾ ਕਰਦੇ ਆ, ਸ਼ਾਮ ਨੂੰ ਰਹਿ ਰਾਸ ਕਰਦੇ ਆ, ਸਿਮਰਨ ਕਰਦੇ ਆ, ਸਵੇਰੇ ਸੁਆਮੀ ਇਸ਼ਨਾਨ ਕਰਦੇ ਆ। ਮਹਾਰਾਜ ਨੇ ਹਰਸੰਗਤ ਨੂੰ ਆਖਿਆ ਕਿ ਮੂੰਹ ਧੋਤੇ ਤੋਂ ਬਿਨਾਂ ਸਾਨੂੰ ਨਮਸਕਾਰ ਨਾ ਕਰਿਓ। ਮੂੰਹ ਧੋਣ ਦੀ ਜ਼ਰੂਰ ਸ਼ਰਤ ਲਾਤੀ, ਗਿੱਡ ਪੂੰਝ ਕੇ ਆਇਆ ਕਰੋ ਬੱਚਿਆਂ ਦੀ। ਪਰ ਬਾਕੀ ਧਰਮਾਂ ਦੇ ਅੰਦਰ ਸਵੇਰ ਦਾ ਇਸ਼ਨਾਨ ਹੈ। ਦੁਪਹਿਰ ਨੂੰ ਜਿਸ ਵੇਲੇ ਛੁੱਟੀ ਹੁੰਦੀ ਆ ਦੁਪਹਿਰ ਦੀ, ਲੋਕੀ ਕਰਦੇ ਆ ਉਸ ਵੇਲੇ ਗੁਰਦੁਆਰੇ ਜਾਓ। ਇਸ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਧਰਮਾਂ ਦੇ ਅੰਦਰ ਦੂਸਰੇ ਧਰਮਾਂ ਦੇ ਲੱਗੀਆਂ ਹੋਈਆਂ ਉਹਨਾਂ ਨੂੰ ਹਟਾ ਦਿੱਤਾ ਪਾਤਸ਼ਾਹ ਜੀ। ਸਾਨੂੰ ਕੋਈ ਪਾਬੰਦੀ ਨਹੀਂ ਲਾਈ। ਸਵੇਰੇ ਸ਼ਾਮੀ ਉੱਠਣ ਲੱਗਿਆ ਉਦੋਂ 5 ਵਾਰੀ ਨਾਂ ਲੈ ਲਓ, ਸੌਣ ਲੱਗਿਆ 5 ਵਾਰੀ ਲੈ ਲਓ। ਬਾਕੀ ਜਿਹੜਾ ਬਾਕੀ ਤਾਂ ਸਤਕਰਮ ਕਰਨਾ ਸਾਰਿਆਂ ਲਈ ਆ। ਪਰ ਇਹ ਨਹੀਂ ਆਖਿਆ ਕਿ ਤੁਸੀਂ ਇੰਨੇ ਵਾਰੀ ਬਾਣੀ ਪੜ੍ਹੋਗੇ, ਇੰਨੇ ਵਾਰੀ ਗੁਰਦੁਆਰੇ ਜਾਓਗੇ, ਇੰਨੇ ਤੜਕੇ ਉੱਠੋਗੇ। ਇੱਕੋ ਮੰਗੀ ਮਾਂਗਤ ਹੋ ਕੇ ਝੋਲੀ ਡਾਈ ਆ। ਮੇਰੇ ਸਾਹਿਬਾ ਆਪਣਿਆਂ ਭਗਤਾਂ ਤੋਂ ਸਦਾ ਲਈ ਤੋੜਦੇ ਪਾਬੰਦੀ। 84 ਦੇ ਗੇੜ ਵਿੱਚ ਕਦੇ ਨਾ ਆਈ ਆ। ਦੂਸਰੇ ਧਰਮਾਂ ਵਾਲੇ ਬੇਨਤੀਆਂ ਕਰਦੇ ਆ, ਸਿਮਰਨ ਕਰਦੇ ਆ, ਕਾਹਦੇ ਲਈ ਕਿ ਸਾਨੂੰ 84 ਜਿਹੜੀ ਆ ਉਹ ਨਾ ਮਿਲੇ। ਪਰ ਇੱਥੇ ਰਾਵੀ ਕਹਿੰਦੀ ਇਹ ਸਾਹਿਬ, ਇਹ ਸੰਗਤ ਜਿਹੜੀ ਤੇਰੇ ਚਰਨਾਂ 'ਚ ਬੈਠੀ ਆ, ਮੈਂ ਇਹਨਾਂ ਲਈ ਬੇਨਤੀ ਕਰਦੀ ਕਿ ਇਹਨਾਂ ਨੂੰ 84 'ਚ ਨਾ ਪਾਉਣ, ਇਹ 84 ਨਾ ਭੋਗਣ। ਇਹੋ ਜਿਹਾ ਕਿਸੇ ਧਰਮ ਦੇ ਅੰਦਰ ਵੀ ਕਿਸੇ ਗੁਰੂ ਪੀਰ ਨੇ ਗੱਲ ਨਹੀਂ ਆਖੀ ਕਿ ਜਿਹੜੇ ਸਾਡੇ ਸਿੱਖ ਹਨ ਉਹਨਾਂ ਦੇ 184 ਕੱਟ ਦੇ। ਉਹਨਾਂ ਨੇ ਸਗੋਂ ਉਹਨਾਂ ਦੇ ਕਈ ਬੰਦਿਸ਼ਾਂ ਲਾਤੀਆਂ, ਤੁਸੀਂ ਆਹ ਕਰਮ ਕਰੋ, ਐਦੋਂ ਆਹ ਕਰੋ, ਦੁਪਹਿਰੇ ਸ਼ਾਮੀ। ਅਤੇ ਇੱਥੇ ਦੇ ਜਾ ਮੇਰੇ ਸਹਿਬਾ ਆਪਣਿਆਂ ਭਗਤਾਂ ਤੋਂ ਸਦਾ ਲਈ ਤੋੜਦੇ ਪਾਬੰਦੀ। 84 ਦੇ ਗੇੜ ਵਿੱਚ ਕਦੇ ਨਾ ਆਈ ਆ ਜੋ ਟੁੱਟਿਆਂ ਦੀ ਗੰਢੀ। ਸਾਰੇ ਤਾਂ ਸਿੱਖ ਨਹੀਂ ਸੀ, ਪਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣੇ ਆਪਣੇ ਚਰਨਾਂ ਜਿਹਨਾਂ ਨੂੰ ਵੀ ਸੱਦ ਲਿਆ। ਮਹਾਰਾਜ ਕਹਿੰਦੇ ਆ, ਰਾਵੀ ਕਹਿੰਦੇ ਆ, ਭਗਤਾਂ ਦੀ ਆਤਮਾ ਤੁਰਦੇ ਪਰਮਾਤਮਾ ਕਦੇ ਨਾ ਹੋਵੇ ਰੰਡੀ। ਅਸੀਂ ਤੇ ਪਰਮਾਤਮਾ ਤੋਂ ਵਿਛੜ ਗਏ, ਰੰਡੇ ਆ। ਅਸੀਂ ਬਾਣੀਆਂ ਦਾ ਸਹਾਰਾ ਲਿਆ, ਅਸੀਂ ਗੁਰੂਆਂ ਪੀਰਾਂ ਦਾ, ਜਿਹੜੇ ਜਾ ਕੇ ਮੁੜ ਕੇ ਆਉਂਦੇ ਨਹੀਂ ਉਹਨਾਂ ਦਾ ਸਹਾਰਾ ਲੈਂਦੇ ਆ। ਸਤਿਗੁਰਾਂ ਦਾ ਹਰਸੰਗਤ ਨੂੰ ਆਖਿਆ ਕਿ ਤੁਸੀਂ ਨਿਰਗੁਣ ਧਾਰ ਉਹਦੇ ਸਿੱਖ ਬਣੋ, ਨਿਰੰਕਾਰ ਦੇ ਸਿੱਖ ਬਣੋ। ਅਤੇ ਜਿਹੜੇ ਨਿਰੰਕਾਰ ਉਹ ਮਰਦਾ ਜੰਮਦਾ ਨਹੀਂ, ਇਸ ਲਈ ਉਹਨਾਂ ਦੇ ਕੋਈ ਪਾਬੰਦੀ ਨਹੀਂ ਰਹਿ ਗਈ। ਜਿਹੜੇ ਤੇਰੇ ਸਿੱਖ ਬਣ ਗਏ ਉਹ ਨਿਰਾਕਾਰ ਦੇ ਸਿੱਖ ਹੋ ਗਏ, ਉਹਨਾਂ ਨੂੰ 84 'ਚ ਨਾ ਪਾਵੀਂ। ਰੰਡੇਪੇ ਵਿੱਚ ਕਦੇ ਨਾ ਆਈ ਆਹ ਤੇਰੀ ਮੇਰੀ ਮੇਰੇ ਘਾਟ ਅੱਜ ਦੀ ਰਾਤ ਤੇ ਪਹਿਲੀ ਸੰਧੀ ਹੀ। ਸੰਧੀ ਮੈਨੇ ਐਗਰੀਮੈਂਟ। ਅੱਜ ਰਾਵੀ ਕਹਿੰਦੀ ਤੁਸੀਂ ਮੇਰੇ ਘਾਟ 'ਤੇ ਆਏ ਜੇ, ਅੱਜ ਮੈਂ ਪਹਿਲੀ ਮੰਗ ਇੱਕ ਮੰਗਣ ਲੱਗੀ ਹਾਂ। ਪਹਿਲੀ ਸੰਧੀ ਹੀ ਸਨਦ ਲੈ ਕੇ ਗੁਰਮੁਖਾਂ ਹੱਥ ਦੇ ਫੜਾਈ ਆ ਸਨਦ ਸਰਟੀਫਿਕੇਟ ਚਿੱਠ। ਜਿਹੜੀ ਮੈਂ ਮੰਗਣ ਲੱਗੀ ਹੈ ਅਕਾਲ ਪੁਰਖ, ਇਹ ਸਿੱਖਾਂ ਨੂੰ ਦਾਤ ਤੂੰ ਦੇ ਦੇ। ਪਿਛਲੇ ਗੁਰੂਆਂ ਪੀਰਾਂ ਕਿਸੇ ਨੇ ਇਸ ਤਰ੍ਹਾਂ ਦਾਤਾਂ ਬਖਸ਼ਿਸ਼ ਕੀਤੀਆਂ ਜਿਵੇਂ ਹੁਣ ਸੱਚੇ ਪਾਤਸ਼ਾਹ ਕੀਤੀ ਆ। ਜਿਹੜੀ ਦਾਤ ਅਜੇ ਤੱਕ ਤੂੰ ਕਿਸੇ ਨੂੰ ਨਹੀਂ ਵੰਡੀ, ਤੇਰੀ ਮੇਰੀ ਮੇਰੇ ਘਾਟ ਅੱਜ ਦੀ ਦਾਤ ਤੇ ਪਹਿਲੀ ਸੰਧੀ ਹੀ ਸਨ ਲੈ ਕੇ ਗੁਰਮੁਖਾਂ ਹੱਥ ਦੇ ਫੜਾਈ ਆ। ਜਿਹੜੀ ਦਾਤ ਅਜੇ ਤੱਕ ਤੂੰ ਕਿਸੇ ਨੂੰ ਨਹੀਂ ਵੰਡੀ, ਰੋਲ ਰੋਲ ਕੇ ਕੋਟਣ ਦਿੱਤੇ
ਗੁਹਾਈਆ ਲੱਖਾਂ ਜੀਵ ਜੰਤੂ ਪ੍ਰਾਣੀ परमात्मा ਨੂੰ ਇਸ ਲਈ ਇਰਾਦੇ ਆ ਕਿ ਅਸੀਂ 84 'ਚ ਨਾ ਜਾਈਏ। ਔਰ ਇਹ ਦਾਤਾਂ ਕਿਸੇ ਟਾਵੇਂ ਨੂੰ ਕਿਤੇ ਮਿਲੀ ਆ, ਨਹੀਂ ਤੇ ਨਹੀਂ। ਹਰ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਕਿ ਰਾਮਚੰਦਰ ਨੇ ਸਿਰਫ 3.5 ਦੀ 84 ਕੱਟੀ, ਉਹਨਾਂ ਨੂੰ ਫਿਰ ਮੁੜ ਕੇ ਹੁਣ ਜਨਮ ਲੈਣਾ ਪੈ ਗਿਆ। ਕ੍ਰਿਸ਼ਨ ਜੀ ਨੇ 7 ਦੀ, ਗੁਰੂ ਨਾਨਕ ਦੇਵ ਜੀ ਨੇ 14 ਦੀ, ਗੁਰੂ ਗੋਬਿੰਦ ਸਿੰਘ ਜੀ ਨੇ 91 ਦੀ। ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਕੋਈ 113, 14 ਜਾਂ 15 ਉਹਦੇ ਲਾਗੇ ਛਾਗੇ ਇਤਨਿਆਂ ਦਾ ਕਲਿਆਣ ਹੋਇਆ। ਕਿਆ ਪਹਿਲਾਂ ਗੀਤਾ ਪੜ੍ਹਨ ਵਾਲੇ ਉਹਨਾਂ ਦਾ ਕਲਿਆਣ ਹੋਇਆ? ਸਿਰਫ ਹਰ ਬਾਣੀ ਦੇ ਵਿੱਚ ਗੁਰਬਾਣੀ ਦਾ ਕਿ ਗ੍ਰੰਥ ਪੜ੍ਹ ਕੇ 113, 14 ਦਾ ਕਲਿਆਣ ਹੋਇਆ। ਗੀਤਾ ਦਾ ਕੋਈ ਜ਼ਿਕਰ ਨਹੀਂ ਆ। ਬਾਕੀ ਜਿੰਨੇ ਗ੍ਰੰਥ ਸ਼ਾਸਤਰ ਹਨ, ਰਮਾਇਣ ਹੈਗੇ ਆ, ਕੁਰਾਨ ਹੈਗੀ ਆ, ਇਹਨਾਂ ਨੂੰ ਪੜ੍ਹ ਕੇ ਕਿਸੇ ਦਾ ਕਲਿਆਣ ਨਹੀਂ ਹੋਇਆ। ਫਿਰ ਰਾਵੀ ਕਹਿੰਦੀ ਇਹ ਸੰਧੀ ਆ, ਇਹਨਾਂ ਨੂੰ ਜਿਹੜੇ ਤੇਰੇ ਅੱਜ ਦਰ 'ਤੇ ਆ ਗਿਆ, ਇਹਨਾਂ ਦੇ ਉੱਤੇ ਕਰਮਾਂ ਦੇ ਉੱਤੇ ਲੀਕ ਫੇਰ ਦੇ, ਹੇ ਅਕਾਲ ਪੁਰਖ, ਇਹਨਾਂ ਨੂੰ ਕਿਸੇ ਨੂੰ 84 'ਚ ਨਾ ਜਾਣਾ ਪੈ ਜਾਏ। ਜੋਤੀ ਜੋ ਸਰੂਪ ਹਾਰਿਆ ਪਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਜਦਾ ਪਰਦਾ ਆਪ ਚੁਕਾਈਆ। ਸੱਚਾਈ ਕੀ ਆ? ਸਾਰੇ ਧਰਮਾਂ ਵਾਲੇ ਜਿੰਨੇ ਵੀ ਅਸੀਂ ਸਿੱਖ ਧਰਮ ਦਾ ਦੇਖੀਏ, ਉਹ ਕੀਰਤਨ ਵੀ ਕਰਦੇ ਆ, ਰੋਜ਼ ਸਿਮਰਨ ਵੀ ਕਰਦੇ ਆ, ਸਵੇਰੇ ਵੀ ਉੱਠਦੇ ਆ। ਇੱਕ ਮਸਕੀਨ ਦੀ ਕਥਾ ਹੈ, ਉਹਨੂੰ ਮਿਲਣ ਲਈ ਇੱਕ ਸਿੱਖ ਤੇ ਉਹਦੀ ਧਰਮ ਪਤਨੀ ਗਏ। ਮਸਕੀਨ ਕਹਿੰਦਾ ਕਿ ਜਿਹੜਾ ਸਿੱਖ ਸੀਗਾ, ਦੋਹਾਂ ਨੇ ਗਾਤਰਾ ਪਾਇਆ ਹੋਇਆ ਸੀ। ਦੋਨਾਂ ਨੇ ਸਿੱਖ ਨੇ ਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਕਹਿੰਦਾ ਮੈਂ ਉੱਤਰ ਦਿੱਤਾ। ਉਹਦੇ ਘਰੋਂ ਜਿਹੜੀ ਬੀਬੀ ਸੀ, ਉਹਦੇ ਗਾਤਰਾ ਪਾਇਆ ਸੀ, ਉਹ ਕਹਿਣ ਲੱਗੀ, ਮਸਕੀਨ ਜੀ ਅਸਲਾਮ ਅਲੈਕੁਮ। ਮੈਂ ਹੈਰਾਨ ਹੋ ਗਿਆ ਕਿ ਤੈਂ ਅੰਮ੍ਰਿਤ ਛਕਿਆ ਹੋਇਆ, ਫਿਰ ਵੀ ਤੂੰ ਅਸਲਾਮ ਅਲੈਕੁਮ ਕਹਿੰਦਾ। ਤੇ ਉਹ ਜਿਹੜੀ ਉਹਦੇ ਅੰਦਰ ਪ੍ਰੇਸੀ ਕਹਿਣ ਲੱਗੀ, ਮੈਂ ਕਰਾਚੀ ਦੇ ਰਹਿਣ ਵਾਲਾ ਸੀ, ਇਹ ਜਿਹੜੀ ਬੀਬੀ ਆ, ਇਹ ਮੈਂ ਉੱਥੋਂ ਭਰਮਦਾ ਮੈਨੂੰ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਜਾਓ, ਉੱਥੇ ਸ਼ਾਇਦ ਕਲਿਆਣ ਹੋ ਜਾਏ। ਲੇਕਿਨ ਮੈਂ ਜਦੋਂ ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਆਉਂਦਾ, ਮੈਨੂੰ ਅੱਗ ਲੱਗ ਜਾਂਦੀ। ਇੱਕ ਦਿਨ ਇਹ ਜੋੜਾ ਹਰਿਮੰਦਰ ਸਾਹਿਬ ਆਇਆ, ਮੈਂ ਇਸ ਬੀਬੀ ਦੇ ਅੰਦਰ ਵੜ ਗਿਆ, ਇਸ ਲਈ ਮੈਂ ਇੱਥੋਂ ਤੱਕ ਪਹੁੰਚ ਸਕਿਆ। ਔਰ ਮੈਂ ਤੈਨੂੰ ਅਸਲਾਮਾਂ ਲੈ ਕੇ ਇਸ ਲਈ ਬੁਲਾਈ ਆ, ਤਾਂ ਜੇ ਤੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਦੇ ਕਿ ਉਸ ਬੀਬੀ ਦੇ ਅੰਦਰ ਜਿਹੜਾ ਪ੍ਰੇਤ ਆ, ਉਹਦੀ ਜੂਨੀ ਕੱਟੀ ਜਾਏ। ਇਹ ਮਸਕੀਨ ਸਾਹਿਬ ਕਥਾ ਸੁਣਾਇਆ ਕਰਦੇ ਸਨ। ਇੱਥੇ ਮਹਾਰਾਜ ਕਹਿੰਦੇ ਹਨ, ਨਾਰਦ ਕਹੇ ਰਾਵੀਏ ਇਹ ਸਾਹਿਬ ਬੜਾ ਚਲਾਕ, ਮੈਂ ਤੈਨੂੰ ਦਿਆਂ ਸਮਝਾਈ ਆ। ਇਹਨੇ ਅਵਤਾਰ ਪੈਗੰਬਰ ਗੁਰੂਆਂ ਤੋਂ ਆਪਣੇ ਆਪ ਕਢਾਏ ਭਵਿੱਖਵਾਕ। ਉਹਨਾਂ ਨੇ ਅੰਦਰ ਵੜ ਕੇ ਗੁਰੂਆਂ ਪੀਰਾਂ ਦੇ, ਉਹਨਾਂ ਨੇ ਕੁਝ ਭਵਿੱਖ ਦੀਆਂ ਗੱਲਾਂ ਦੱਸੀਆਂ। ਕਢਾਏ ਭਵਿੱਖਵਾਕ ਉਹਨਾਂ ਦੇ ਹੱਥ ਨਾ ਕੁਛ ਫੜਾਈ। ਇਹ ਪੰਕਤੀ ਕਿਤਨੀ ਇੱਕ ਮਹਾਰਾਜ ਜੀ ਦਾ ਹੁਕਮ ਸੰਦੇਸ਼ ਦਿੰਦੀ ਆ ਕਿ ਜਿਤਨੇ ਗੁਰੂ ਪੀਰ ਪੈਗੰਬਰ ਸਾਧ ਸੰਤ ਆਏ ਆ, ਕਿਸੇ ਦੇ ਹੱਥ ਨੇ ਇਹ ਦਾਤ ਦਿੱਤੀ ਕਿ ਤੁਸੀਂ ਕਿਸੇ ਦੀ 84 ਕੱਟ ਦਿਓ। ਉਹਨਾਂ ਦੇ ਹੱਥ ਨਾਲ ਕੁਛ ਫੜਾਈ ਆ। ਸਤਿਗੁਰੂ ਸ਼ਬਦ ਦਾ, ਜੋਤ ਦੀ ਧਾਰ ਦਾ ਬਖਸ਼ ਦੇ ਸਾਥ। ਕੌਣ? ਰਾਵੀ ਕਹਿੰਦੀ ਹੈ, ਇਹ ਜਿਹੜੇ ਤੇਰੇ ਇੱਥੇ ਸਿੱਖ ਆਏ ਆ, ਇਹ ਸਤਿਗੁਰ ਸ਼ਬਦ ਜੋਤ ਧਾਰ, ਇਹ ਉਹਦੇ ਸਾਥੀ ਹੋ ਜਾਣ, ਸੰਗੀ ਹੋ ਜਾਣ, ਤਾਂ ਕਿ ਇਹਨਾਂ ਦੀ 84 ਕੱਟੀ ਜਾਏ। ਗੁਰੂਆਂ ਪੀਰਾਂ ਦੇ ਸਾਥੀ, ਉਹਨਾਂ ਦੀ 84 ਨਹੀਂ ਕੱਟੀਆਂ ਗਈਆਂ।
ਇਹਨੇ ਅਵਤਾਰ ਪੈਗੰਬਰਾਂ ਗੁਰੂਆਂ ਤੋਂ ਆਪਣੇ ਆਪ ਕਢਾਏ ਭਵਿੱਖਵਾਕ ਉਹਨਾਂ ਦੇ ਹੱਥ ਨਾਲ ਕੁਛ ਫੜਾਈ ਆ ਸਤਿਗੁਰੂ ਸ਼ਬਦ ਦਾ ਜੋਤ ਦੀ ਧਾਰ ਦਾ ਬਖਸ਼ ਦੇ ਸਾਥ। ਸਤਿਗੁਰੂ ਸ਼ਬਦ ਮਹਾਰਾਜ ਪੂਰਨ ਸਿੰਘ, ਜੋਤ ਦੀ ਧਾਰ ਅਕਾਲ ਪੁਰਖ। ਹੇ ਅਕਾਲ ਪੁਰਖ, ਇਹ ਜਿਹੜੀ ਤੇਰੀ ਸੰਗਤ ਆ, ਇਹ ਸੰਗਤ ਦਾ ਤੁਹਾਡਾ ਦੋਵਾਂ ਦਾ ਸੰਗ ਬਣ ਗਿਆ। ਫਿਰ ਮਹਾਰਾਜ ਪੂਰਨ ਸਿੰਘ ਜੀ ਦੇ ਅੰਦਰ ਜੋਤ ਵੀ ਸੀ ਤੇ ਸ਼ਬਦ ਦੀ ਧਾਰ, ਸੰਗ ਬਣਿਆ, ਬੇੜਾ ਪਾਰ ਹੋਇਆ। ਫਿਰ ਹੁਣ ਮਹਾਰਾਜ ਦੇ ਜਾਣ ਤੋਂ ਬਾਅਦ ਕਿਸੇ ਇੱਕੇ ਦੁੱਕੇ ਨੂੰ ਮੱਥੇ ਟੇਕਣਾ ਅਪਰਾਧ ਆ। ਆਪਣੇ ਫੜਾਏ ਭਵਿੱਖਵਾਕ, ਆਪਣੇ ਕਢਾਏ ਭਵਿੱਖਵਾਕ ਉਹਨਾਂ ਦੇ ਹੱਥ ਨਾਲ ਕੁਛ ਫੜਾਈ ਆ ਸਤਿਗੁਰੂ ਸ਼ਬਦ ਦਾ, ਜੋਤ ਦੀ ਧਾਰ ਦਾ ਬਖਸ਼ ਦੇ ਸਾਥ। ਇਹ ਦਾਤ ਜਿਹੜੀਆਂ ਇਹ ਤੇ 994 ਚੌਕੜੀ ਯੁੱਗ ਬਾਅਦ ਮਿਲਦੀ ਹੈ, ਆਉਂਦੀ ਹੈ ਮਾਤਲੋਕ 'ਚ। ਜੋਤ ਪਰਮਾਤਮਾ ਨਿਰਾਕਾਰ ਰੂਪ ਨਹੀਂ ਆਉਂਦਾ, ਉਹ ਸ਼ਬਦ ਦਾ ਰੂਪ ਬਣ ਕੇ ਆਉਂਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਆ, ਗੁਰੂ ਰਾਮਦਾਸ ਗੁਰ ਉੱਥੇ ਸ਼ਬਦ ਹੈ ਨਾ, ਗੁਰੂ ਰਾਮਦਾਸ ਜਗ ਧਾਰਨ ਕੋ ਗੁਰ ਜੋਤ, ਜੋਤ ਗੁਰ ਹੈ। ਜਿਸ ਪੰਜ ਤੱਤ ਦੇ ਅੰਦਰ ਉਹ ਪ੍ਰਵੇਸ਼ ਕਰਦੀ ਆ ਉਸ ਨੂੰ ਗੁਰੂ ਆਖਦੇ ਆ। ਗੁਰਜੋਤ ਜਿਹੜੀ ਆ ਉਹ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਵਿੱਚ ਮੁੰਤਕਿਲ ਹੋ ਜਾਂਦੀ, ਉਹਦੇ 'ਚ ਤਬਦੀਲ ਹੋ ਜਾਂਦੀ ਹੈ 10 ਗੁਰੂ ਸਾਹਿਬਾਨਾਂ ਦੇ ਅੰਦਰ। ਫਿਰ ਵੀ ਅਸੀਂ ਕੀ ਕਰਦਾ, ਅੱਜ ਦੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ, ਜਿਹੜਾ ਗੁਰੂ ਪੀਰ ਇੱਕ ਵਾਰੀ ਚਲਾ ਗਿਆ ਮੁੜ ਕੇ ਨਹੀਂ ਆਉਂਦਾ। ਇਸ ਲਈ ਹਰ ਬਾਣੀ ਦੇ ਵਿੱਚ, ਇਸੇ ਗ੍ਰੰਥ ਦੇ ਵਿੱਚ ਲਿਖਤ ਆਉਂਦੀ ਆ ਕਿ ਗੁਰੂ ਨਾਨਕ ਦੇਵ 6ਵੇਂ ਪਾਤਸ਼ਾਹ ਬਣਿਆ ਔਰ 6ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬਣਿਆ। ਉਹ ਵੀ ਧਾਰ ਅਕਾਲ ਪੁਰਖ ਤੋਂ ਸ਼ਬਦ ਹੀ ਮਿਲੀ ਉਹਨਾਂ ਨੂੰ। ਗੁਰੂ ਨਾਨਕ ਦੇਵ ਜੀ 3 ਦਿਨ ਬੇਂਚ ਚੁੱਭੀ ਮਾਰੀ, ਸ਼ਬਦ ਦੀ ਧਾਰ ਮਿਲੀ। ਤੇ ਇੱਥੇ ਮਹਾਰਾਜ ਜੀ ਕਹਿੰਦੇ ਹੈ ਗੁਰਮੁਖ ਜਨੋ, ਉਹਨਾਂ ਦੇ ਹੱਥ ਨਾ ਕੁਛ ਫੜਾਈ ਆ ਸਤਿਗੁਰੂ ਸ਼ਬਦ ਦੀ ਜੋਤ ਦੀ ਧਾਰ ਦਾ ਬਖਸ਼ ਦੇ ਸਾਥ। ਇਹ ਜਿਹੜੇ ਸਿੱਖ ਹਨ, ਇਹ ਜੋ ਸ਼ਬਦ ਧਾਰ ਦਾ ਸਾਥੀ ਬਣ ਜਾਣ। ਸਾਰਾ ਸੰਸਾਰ ਇੱਥੇ ਸੀ, ਕਿਸੇ ਨੇ ਮਹਾਰਾਜ ਨੂੰ ਨਹੀਂ ਮੰਨਿਆ ਜਿੱਥੇ ਜੋ ਸ਼ਬਦ ਦੀ ਧਾਰ ਸੀ। ਕੇਸਰ ਤੁਸੀਂ ਮੁੱਠੀ ਭਰ ਸੀ ਜਿਨ੍ਹਾਂ ਨੇ ਮਹਾਰਾਜ ਸ਼ੇਰ ਸਿੰਘ ਜੋਤ ਰੂਪ ਕਰਕੇ, ਗੁਰੂ ਗੋਬਿੰਦ ਸਿੰਘ ਸ਼ਬਦ ਦੀ ਧਾਰ ਕਰਕੇ ਇੱਕ ਤਨ ਵਜੂਦ ਦੇ ਅੰਦਰ ਖੇਡ ਕਰ ਗਏ, ਜਿਨ੍ਹਾਂ ਨੂੰ ਆਪਾਂ ਸਤਿਗੁਰ ਪੂਰਨ ਸਿੰਘ ਕਹਿੰਦੇ ਸਨ। ਬਾਕੀ ਸਾਰਾ ਸੰਸਾਰ ਇੱਦਾਂ ਹੀ ਤੁਰਿਆ ਫਿਰਦਾ ਰਹਿ ਗਿਆ। ਤੱਤਾਂ ਦਿੱਤੀ ਵਡਿਆਈ ਆ, ਲੋਕੀ ਤੱਤਾਂ ਨੂੰ ਪੂਜਦੇ ਆ। ਉਹਨਾਂ ਨੇ ਕਦੀ ਜੋ ਸ਼ਬਦ ਧਾਰ ਨੂੰ ਪੂਜਿਆ ਹੀ ਨਹੀਂ ਗਾ। ਉਹ ਸਰੀਰਾਂ ਦੇ ਫੋਟੋਆਂ ਲੈ ਕੇ, ਪੰਜਾਂ ਤੱਤਾਂ ਨੂੰ ਲੈ ਕੇ ਉਹਨਾਂ ਦੀਆਂ ਗਾਥਾ ਸੁਣਾਉਂਦੇ ਆ। ਆਪਣੇ ਪਿਆਰ ਦਾ ਦੇ ਪ੍ਰਕਾਸ਼, ਜੋਤ ਸ਼ਬਦ ਦੀ ਧਾਰ ਦਾ ਪ੍ਰਕਾਸ਼ ਤੇ ਕਿਸੇ ਦੇ ਅੰਦਰ ਨਹੀਂ ਹੋਇਆ। ਸਾਰੇ ਪੰਜਾਂ ਤੱਤਾਂ ਦੇ ਗੁਰੂ ਦਾ ਮੰਨਣ ਵਾਲੇ ਰਹਿ ਗਏ। ਇਹੀ ਸਭ ਤੋਂ ਵੱਡਾ ਇਸ ਧਰਮ ਦਾ ਸੰਦੇਸ਼ ਹੈ ਸੰਸਾਰ ਨੂੰ ਕਿ ਜੋ ਸ਼ਬਦ ਧਾਰ ਨੂੰ ਮੰਨਿਓ, ਦੇਹਾਂ ਨੂੰ ਨਾ ਮੰਨਿਓ। ਇੱਥੇ ਸਾਰਾ ਸੰਸਾਰ ਦੇਹਾਂ ਦਾ ਪੂਜਨ ਕਰਦਾ, ਫਿਰ ਦੇਹਾਂ ਦਾ ਨਹੀਂ, ਉਹਨਾਂ ਦੇਹਾਂ ਦੇ ਪੱਥਰਾਂ ਦੀ ਮੂਰਤੀਆਂ ਬਣਾ ਬਣਾ ਕੇ ਉਹਨਾਂ ਦਾ ਪੂਜਨ ਕਰਦੇ ਆ। ਪਰ ਮਹਾਰਾਜ ਨੇ ਫੋਟੋ ਵੀ ਜਿਹੜੀ ਉਹ ਵੀ ਪਲੰਗ ਤੋਂ ਥੱਲੇ ਲਾਤੀ ਸੀ। ਜਿਵੇਂ ਮੈਂ ਕੱਲ੍ਹ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਫੋਟੋ ਵੀ ਪੰਜ ਤੱਤ ਦੀ ਆ, ਉਹ ਸਾਨੂੰ ਪੰਜ ਤੱਤ ਦੇ ਨਾਲ ਬੰਧਨ ਪਾਉਂਦੀ ਆ। ਕੇਵਲ ਜੋ ਸ਼ਬਦ ਦੀ ਧਾਰ ਦੇ ਨਾਲ ਜੁੜਨ ਦਾ, ਔਰ ਅਗਰ ਸਿਮਰਨ ਕਰਨਾ ਆ ਤੇ ਫਿਰ ਅੰਤਰ ਗੁਰੂ ਅਰਾਧਨਾ, ਅੰਤਰ ਕੋਈ ਨਹੀਂ ਰਾਧਾ। ਉਹ ਕਹਿੰਦੇ ਹੱਥਾਂ ਨਾਲ ਵਾਲਾ ਫੇਰ ਲੈ, ਅਸੀਂ ਸਿਮਰਨ ਕਰ ਲਿਆ, ਅਸੀਂ ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿ ਲਿਆ, ਅਸੀਂ ਸਿਮਰਨ ਕਰ ਲਿਆ। ਅੰਤਰ ਆਤਮਾ ਤੇ ਕੋਈ ਵੀ ਨਹੀਂ ਕਰਦਾ। ਬਹੁਤ ਰੇਅਰ ਕਰਦੇ ਆ ਲੋਕੀ, ਹੋਣਗੇ ਜੇ ਕੋਈ ਹੋਣਗੇ ਜੀ ਤਾਂ। ਤੇ ਅੱਗੇ ਮਹਾਰਾਜ ਕਹਿੰਦੇ ਆ ਆਪਣੇ ਪਿਆਰ ਦਾ ਦੇ ਪ੍ਰਕਾਸ਼। ਫਿਰ ਪ੍ਰਕਾਸ਼ ਚਾਨਣਾ ਕਾਹਦਾ ਹੋਵੇ? ਨਿਰਗੁਣ ਧਾਰ ਦਾ। ਸਾਰੇ ਨਿਰਗੁਣ ਧਾਰ ਨੂੰ ਮੰਨਣ, ਦੇਹਾਂ ਨੂੰ ਪੂਜਣਾ ਛੱਡ ਦੇਣਾ।
अपने प्यार दा दे प्रकाश। फिर ओहदा प्रकाश ही आ नूर नराना, वो तो नूर है, दे नहीं गा। फिर देहां दा पूजन गलत आ। नूर नराना कीता रुशनाई आह, हे अकाल पुरख तैं संगत नूं केवल नूर दी पूजा दसी। पर फिर भी उन्हां दे जाण तो बाद सारी संगत जिहड़ी आ वो मूर्तियां रखदी, देहां दी रखदी आ, और बहुत ही देहां दा पूजन करन लग पई। नूर नराना नूर कीता रुशनाई आह, अपनी पट्टी पढ़ा के अपने नाम दी विच कलास। संगत इकट्ठी हुंदी सी, कदी नहीं सी कहा कि आ मूर्तियां दा पूजन कर। ये सत्य है कि पातशाह जी का एक पत्र है जो महाराज जी ने मेरठ फौजी संगत जिहड़ी सी उन्हां नूं लिखिया सीगा। जदों असीं ना होईए ते उदों साडी फोटो रख के सत्संग कर लिया करो, नहीं तो जदों असीं आउंदे आ असीं पूरन सिंह नूं अपनी गोद 'च लै बिठा के ते फिर असीं सिंघासन ते बहिंदे आ। असीं उदों भी सिर्फ यही समझा कि महाराज पूरन सिंह पंज तां सब कुछ है, लेकिन बाणी दे अंदर जिहा वो है कि जोत शब्द की धार सब कुछ है, दहियां जड़ियाँ ये सब कुछ नहीं हैं जड़ियाँ असी बना लईआं। पढ़ा के अपने नाम दी विच क्लास। फिर साडी क्वालिफिकेशन की है? मूर्तियां पूजना, जड़ वस्तुआं पूजना, ये महाराज दियां सोटियां, ये महाराज दे जोड़े, ये उन्हां दे चोगे, उन्होंने मत्थे टेकी जाओ। महाराज कहते त्याडी क्वालिफिकेशन की है? क्वालिफिकेशन अपने हथ रखाई है, वो किसी जो शब्द की तार। ये सारे गुरुआं पीरां ने कीता। अंत नूं सिख समाज नूं भी दसम पातशाह ने वाहिगुरू दे लड़ लाया, फिर भी असीं जड़ वस्तुआं दे पुजारी बने रहे। क्वालिफिकेशन अपने हथ रखाई आ, नी रावीए मेरे को एक टुटा जिहा गलास है। मैनू विष्णु नूं आउंदियां आउंदियां हथ फड़ाई आ, नाले दित्ती शाबाश है, खुशियां नाल सुनाई आ, जे चरण चरणोदक लियाए ते मेरी बुझाए प्यास है। असीं गंगा जाने आ, गंगा जल लियाने मरे दे मूँह दे मुर्दे दे मूँह च पाने, शायद उसदा कल्याण हो जाए। इस तरह पवित्र नदियां दे लोकी पानी जाके मूँह च पाउंदे आ, पर इत्थे महाराज ने उन्हां नदियां दे पानी की गल नहीं कीती, इत्थे कीती चरण चरणोदक। सतगुर दा चरण चरणोदक, सतगुर शब्द है यार, उहदी बाणी हुंदी है। ये बाणी ही उसका चरण चरणोदक आ। ये नहीं गा कि ਉਹਦੇ कोई चीज़ पई आ ਉਹਨੂੰ ਧੋ के पी लो तो असीं ਉਹਦਾ चरणोदक लै लिया, गलत कहने आ। चरण चरणोदक लियावे ते मेरी बुझावे प्यास, तृष्णा त्रिखा रहे नाराई आह। नारद कहे मैं हस के क्या, मेरा जी करदा मैं शंकर लई लख 84 दी विच पा के लियावां लाश। कि जेड़े जो शब्द धार नूं नहीं मनदे, निराकार नूं नहीं मनदे, मेरा जी करदा मैं सारे जेड़े मार के कहां लै कैलाशपति इन्हां नूं सज़ा दे। शंकर जिहड़ा ये मौत का देवता मन्निया जाता, ये मृत्यु लियाउंदा। ते इत्थे सारी जिहड़ी सृष्टि आ उन्होंने मौत की सज़ा दे के मैं शंकर दे कोल भेज दियां कि जेड़े निरंकार नूं नहीं पूजदे उन्हां नूं सज़ा दे। फिर आपां भी जे कहिए कि असीं भी फोटोआं पूजीए या कोई होर वस्तुआं पूजीए, गलत करते हैं। ये साडी क्वालिफिकेशन नहीं गी। क्वालिफिकेशन अपने हथ रखाई आ, नी रावीए मेरे को एक टुटा जिहा गलास। मैनू विष्णु ने लियाउंदियां लियाउंदियां हथ फड़ाई आ, नाले दित्ती शाबाश। खुशियां नाल सुनाई आ, जे चरण चरणोदक लियावें ते मेरी बुझाई। चरणोदक बाणी जितने भी विद्वान हैं वो बाणी नूं चरणोदक सददे आ।
ਇਹ ਕੋਈ ਨਹੀਂ ਚਰਨੋਦਕ ਗ੍ਰੰਥ ਉਹਨੂੰ ਧੋ ਕੇ ਨਹੀਂ ਪੀਂਦੇ, ਇਸ ਬਾਣੀ ਦੇ ਨਾਲ ਆਪਣੀ ਆਤਮਾ ਨੂੰ ਧੋਂਦੇ ਆ। ਇਹ ਚਰਨੋਦਕ ਆ ਜਿਸ ਦੇ ਨਾਲ ਪ੍ਰਾਣੀ ਨੂੰ ਬਾਣੀ ਪੜ੍ਹਨਾ, ਹਿਰਦੇ 'ਚ ਵਸਾਉਣ ਦੇ ਨਾਲ ਉਹਦੀ ਸਦਗਤੀ ਹੁੰਦੀ ਆ। ਜੇ ਚਰਨ ਚਰਨੋਦਕ ਲਿਆਵੇਂ ਤੇ ਮੇਰੀ ਬੁਝਾਏ ਪਿਆਸ, ਤ੍ਰਿਸ਼ਨਾ ਤ੍ਰਿਖਾ ਰਹੇ ਨਾਰਾਈ ਆਹ। ਨਾਰਦ ਕਹੇ ਮੈਂ ਹੱਸੇ ਕਿਆ ਮੇਰਾ ਜੀ ਕਰਦਾ, ਮੈਂ ਸ਼ੰਕਰ ਲਈ 1,84 ਦੀ ਵਿੱਚ ਪਾ ਕੇ ਲਿਆਵਾਂ ਲਾਸ਼। ਆਹ ਗਲਾਸ ਜਿਹਦੇ ਵਿੱਚ ਚਰਨੋਦਕ ਤੇ ਬਾਣੀ ਆ, ਤੇ ਇਹ ਜਿਹੜਾ ਜਗਤ ਦਾ ਗਲਾਸ ਇਹਦੇ 1,84 ਮਾਰਦਿਆਂ ਕਮਾਲਾ ਸ਼ੰਕਰਾਂ ਨੂੰ ਸਜ਼ਾ ਦੇ ਦੇ। ਫਿਰ ਨਿਰੰਕਾਰ ਤੋਂ ਬਿਨਾਂ ਕਿਸੇ ਦਾ ਪੂਜਨ ਗਲਤ ਆ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਮੁੱਢ ਇੱਕ ਓਂਕਾਰ ਤੋਂ ਸ਼ੁਰੂ ਕੀਤਾ। ਫਿਰ ਵੀ ਅਸੀਂ ਗੁਰੂਆਂ ਪੀਰਾਂ ਦੇ ਸ਼ਰੀਰਾਂ ਨੂੰ ਮੰਨਦੇ ਰਹੇ। ਫਿਰ ਪੁੱਛਾਂ ਕੁਛ ਦੱਸ ਕੀ ਖੇਲ ਤੱਕੇ ਉੱਤੇ ਕਹਿ ਰਾਸ਼ ਹਮ, ਪ੍ਰਭ ਕੱਲ ਕੀ ਵਰਤਾਈ ਆਹ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਮ। ਅੱਗੇ ਮਹਾਰਾਜ ਕਹਿੰਦੇ ਜੁਗ ਜੁਗ ਬਿਨਾ ਪ੍ਰਭੂ ਤੋਂ ਭਗਤਾਂ ਦੀ ਰੱਖੇ ਕੋਈ ਨਾ ਲੱਜਿਆ। ਭਗਤਾਂ ਦੀ ਲੱਜਿਆ ਰੱਖਣ ਲਈ ਪਰਮਾਤਮਾ ਨੇ 18 ਅਵਤਾਰ ਸਾਜੂ ਸਿਤਾਰੇ। ਲੱਜਿਆ ਭਗਤਾਂ ਦੀ ਰੱਖੀ, ਔਰ ਉਸ ਤੋਂ ਵੱਧ ਭਗਤ ਬਣੇ ਕੋਈ ਨਹੀਂ। ਸਾਰੇ ਧਰਮਾਂ ਵਾਲੇ ਧਰਮ ਗ੍ਰੰਥ ਪੜ੍ਹਦੇ ਆ, ਉਹ ਬਾਣੀਆਂ ਉਹਨਾਂ ਦੀ ਲੱਜਾ ਨਹੀਂ ਰੱਖ ਸਕੀਆਂ, 84 ਤੋਂ ਨਹੀਂ ਬਚਾ ਸਕੀਆਂ, ਕਿਉਂਕਿ ਉਹਦੇ ਉੱਤੇ ਅਮਲ ਹੀ ਕਿਸੇ ਨੇ ਕੀਤਾ। ਜੁਗ ਜੁਗ ਬਿਨਾ ਭਗਤ ਪ੍ਰਭੂ ਤੋਂ ਭਗਤਾਂ ਦੀ ਰੱਖੇ ਕੋਈ ਨਾ ਲੱਜਿਆ। ਸਿਰ ਹੱਥ ਨਾ ਕੋਈ ਟਕਾਈ ਆ। ਇਸ ਵੇਲੇ ਉਸ ਨੇ ਖੇਡ ਅਨੋਖਾ ਰਚਿਆ। ਉਸ ਪ੍ਰਭੂ ਨੇ ਹੁਣ ਖੇਡ ਇੱਕ ਨਵੀਂ ਰਚ ਲਈ ਆ। ਖੇਡ ਨਵਾਂ ਇੱਕ ਰਚਿਆ। ਰਚਨਾ ਪਿਛਲੀ ਦਿੱਤੀ ਬਦਲਾਈ ਆ। ਕਿਹੜੀ ਰਚਨਾ? ਸਰਗੁਣ ਦੀ ਪੂਜਾ। ਹੁਣ ਤੇ ਬਿਲਕੁਲ ਕਹਿਤਾ ਨਹੀਂ। ਸਭ ਤੋਂ ਪਹਿਲਾਂ ਸਾਰੇ ਗ੍ਰੰਥਾਂ ਨੇ ਨਿਰਗੁਣ ਨਿਰੰਕਾਰ ਦੀ ਉਸਤਤ ਕੀਤੀ ਬਾਣੀ ਲਿਖਣ ਲੱਗਿਆ। ਔਰ ਮਹਾਰਾਜ ਨੇ ਬਚਨ ਅਮੋੜੇ, ਅਮੋੜ ਹੁੰਦਾ ਜ਼ਿੱਦੀ, ਬਾਰ ਬਾਰ ਬਚਨ ਨੂੰ ਮੋੜਨ ਵਾਲਾ। ਔਰ ਸਭ ਤੋਂ ਵੱਡੀ ਮਹਿਮਾ ਦੱਸੀ ਬਚਨ ਦੀ। ਇਹ ਸਾਰੀ ਬਾਣੀ ਇਸ ਨਿਰਗੁਣ ਨਿਰੰਕਾਰ ਦੇ ਬਚਨ ਹਨ। ਬਚਨ ਅਮੋੜੇ ਗੁਰ ਕਾ ਪਾਈ। ਜਿਹੜਾ ਬਹੁਤ ਜ਼ਿੱਦੀ ਹੋ ਕੇ ਬਾਰ ਬਾਰ ਬਚਨ ਮੋੜਦਾ, ਉਹਦੇ ਇਸ ਧਰਤੀ ਦੇ ਉੱਤੇ ਰਹਿਣ ਦੇ ਯੋਗ ਹੀ ਨਹੀਂ ਗਾ। ਅਸੀਂ ਬਾਣੀ ਪੜ੍ਹਦੇ ਹਾਂ, ਆਪਾਂ ਸਾਰੇ ਪੜ੍ਹਦੇ ਹਾਂ, ਕਈ ਸ਼ਬਦ ਫੋਟੋ ਪੜ੍ਹਦੇ ਵੀ ਆ। ਕਦੀ ਇਹ ਵੀ ਸੁਣਿਆ ਸ਼ਬਦ ਫੋਟੋ ਕਹਿੰਦੀ ਕੀ ਆ? ਫਿਰ ਵੀ ਕਈ ਕਹਿੰਦੇ ਆ ਅਖੀਰ ਦੇ ਉੱਤੇ ਆ ਸੱਚ ਸਿੰਘਾਸਣ ਹਰ ਬਰਾਜੇ। ਕੀ ਅਸੀਂ ਸੱਚ ਦੇ ਧਾਰਨੀ ਬਣ ਗਏ? ਅਸੀਂ ਸੱਚ ਬੋਲਦੇ ਹਾਂ? ਅਸੀਂ ਸੱਚ ਜੋ ਬਾਣੀ ਦੇ ਅੰਦਰ ਲਿਖਿਆ ਉਹਦੇ ਅਸੀਂ ਗ੍ਰਹਿਣ ਕਰ ਲਿਆ, ਉਸ ਨੂੰ ਨਹੀਂ ਕੀਤਾ। ਫਿਰ ਵੀ ਕਹਿੰਦੇ ਅਸੀਂ ਸਿੱਖੇ। ਜੁਗ ਜੁਗ ਬਿਨਾ ਪ੍ਰਭੂ ਤੋਂ ਭਗਤਾਂ ਦੀ ਰੱਖੇ ਕੋਈ ਨਾ ਲੱਜਿਆ। ਹਮ ਸਿਰ ਹੱਥ ਨਾ ਕੋਈ ਟਕਾਈ ਆ। ਇਸ ਵੇਲੇ ਉਸ ਨੇ ਖੇਲ ਅਨੋਖਾ ਰਚਿਆ। ਰਚਨਾ ਪਿਛਲੀ ਦਿੱਤੀ ਬਦਲਾਈ ਆ। ਭਾਗ ਲਗਾ ਕੇ ਕਾਇਆ ਮਾਟੀ ਕੱਚਿਆ, ਕੰਚਨ ਗੜ ਵਿਖਾਈ ਆ। 5 ਤੱਤ ਕੱਚੀ ਮਿੱਟੀ ਦੇ ਅੰਦਰ ਪ੍ਰਵੇਸ਼ ਹੋਇਆ ਤੇ ਕੰਚਨ ਗੜ ਹੈ ਜੋ ਸ਼ਬਦ ਦੀ ਤਾਰ। ਸ਼ਬਦ ਦੀ ਧਾਰ ਦੇ ਅੰਦਰ ਜੋਤ ਨੇ ਪ੍ਰਕਾਸ਼ ਕੀਤਾ। ਕੰਚਨ ਮਿੱਟੀ ਜਿਹੜੀ ਸੀਗੀ ਦੇ ਉਹਨੂੰ ਤਿਆਗ ਕੇ ਔਰ ਪ੍ਰਕਾਸ਼ ਹੋਇਆ। ਮਹਾਰਾਜ ਪੂਰਨ ਸਿੰਘ ਦੇ ਅੰਦਰ ਜਿਹਨਾਂ ਸ਼ਹਿਨਸ਼ਾਹੀ ਸੰਮਤ 8 ਦੀ 5 ਜੇਠ ਦੀ ਲਿਖਤ ਪੜ੍ਹੀ ਹੋਵੇਗੀ, ਉਸ ਦੇ ਅੰਦਰ ਸੱਚੇ ਪਾਤਸ਼ਾਹ ਜੀ ਇੱਕ ਲੇਖ ਲਿਖਦੇ ਹਨ ਔਰ ਉਹਦੇ ਵਿੱਚ ਹੈਗਾ ਕਿ ਜੋਤ ਨੇ ਸ਼ਬਦ ਦਾ ਮੋੜ ਲੈ ਕੇ
ਸਿੱਧੀ ਡਾਇਰੈਕਟ ਪ੍ਰਵੇਸ਼ ਪੰਜ ਤੱਤ ਨਹੀਂ ਪ੍ਰਵੇਸ਼ ਕੀਤਾ। ਪਹਿਲਾਂ ਸ਼ਬਦ ਨੂੰ ਮਹਾਰਾਜ ਪੂਰਨ ਸਿੰਘ ਦੀ ਦੇਹੀ ਦੇ ਅੰਦਰ ਪ੍ਰਵੇਸ਼ ਕੀਤਾ ਔਰ ਫਿਰ ਉਸ ਸ਼ਬਦ ਦੇ ਅੰਦਰ ਜੋਤ ਨੂੰ। ਮੈਂ ਬੜੀ ਪੰਕਤੀ ਇਹ ਪੜ੍ਹਦਾ, ਗੁਰੂ ਅਰਜਨ ਨਾ ਉਹਨਾਂ ਨੇ ਜਿਹੜੀ ਹੈਗੀ ਆ ਗੁਰੂ ਰਾਮਦਾਸ ਜੀ, ਉਹਨਾਂ ਨੇ ਗੁਰੂ ਰਾਮਦਾਸ ਜਗ ਤਾਰਨ ਕੋ ਗੁਰਜੋਤ। ਗੁਰਜੋਤ ਗੁਰੂ ਹੈ, ਜੋਤ ਦਾ ਨਾਮ, ਸ਼ਬਦ ਦਾ ਨਾਮ। ਅਸੀਂ ਸ਼ਰੀਰਾਂ ਨੂੰ ਕਹਤਾ ਹੈ ਗੁਰੂ ਆ। ਉਹਨਾਂ ਨੂੰ ਵੀ ਫੜ ਕੇ ਸੱਚਖੰਡ ਦੇ ਪਹੁੰਚਾਈ ਹਾਂ। ਕਿਉਂ? ਉਹਨਾਂ ਨੇ ਆਪਣਾ ਸੀਸ ਸਾਹਿਬ ਦੇ ਚਰਨਾਂ ਤੇ ਕੱਤਿਆ। ਜੋਤ ਦੇ ਸ਼ੁਰੂ 'ਚ ਜਦੋਂ ਮਹਾਰਾਜ ਪੂਰਨ ਸਿੰਘ 'ਚ ਜੋਤ ਪ੍ਰਵੇਸ਼ ਹੋਣ ਲੱਗੀ ਤੇ ਉਦੋਂ ਸਤਿ ਸ੍ਰੀ ਅਕਾਲ ਬੁਲਾਇਆ ਕਰਦੇ ਸੀ ਮਹਾਰਾਜ ਪੂਰਨ ਸਿੰਘ ਨੂੰ। ਜਦੋਂ ਜੋਤ ਪ੍ਰਵੇਸ਼ ਹੋਣੀ ਉਦੋਂ ਮੱਥਾ ਟੇਕਿਆ ਕਰਦੇ ਸੀ। ਫਿਰ ਮਹਾਰਾਜ ਜੀ ਪੈਨਸ਼ਨ ਗਏ, ਫਿਰ ਇੱਥੇ ਫੌਜੀ ਜਿਹੜੇ ਸੀ ਉਹਨਾਂ ਨੇ ਅੱਗੋਂ ਪਿੱਛੋਂ ਵੀ ਮੱਥਾ ਟੇਕਣਾ ਸ਼ੁਰੂ ਕਰਤਾ ਔਰ ਫਿਰ ਉਹ ਤੋਂ ਬਾਅਦ ਸਾਰੀ ਸੰਗਤ ਅੱਗੋਂ ਪਿੱਛੋਂ। ਪਰ ਲਿਖਦੇ ਹੈਗੀ ਆ ਕਿ ਜਿਸ ਵੇਲੇ ਸਿੱਖ ਘਰੋਂ ਚੱਲਦਾ ਉਦੋਂ ਨਹੀਂ, ਤੇ ਜਦੋਂ ਸਾਡੇ ਸਾਹਮਣੇ ਆਉਂਦਾ ਉਦੋਂ ਉਹਦੀ ਜਿਹੜੀ ਜੋ ਕੁਛ ਕਰਮ ਕੀਤਾ ਉਸ ਦਾ ਚਿੱਠਾ ਸਾਡੇ ਸਾਹਮਣੇ ਆ ਜਾਂਦਾ ਹੈ। ਇੱਕ ਨਸੀਬ ਸਿੰਘ ਸਿੱਖ ਸੀਗਾ, ਉਹ ਨਕੋਦਰ ਦੇ ਲਾਗੇ ਪਿੰਡ ਆ, ਉੱਥੇ ਦਾ ਰਹਿਣ ਵਾਲਾ ਸੀ। ਉਹ ਦਿਆਲਾ ਸੀ 9ਵੇਂ ਪਾਤਸ਼ਾਹ ਦੇ ਵੇਲੇ। ਹੁਣ ਸੱਚੇ ਪਾਤਸ਼ਾਹ ਚਰਨੀ ਲੱਗਾ। ਇੱਕ ਦਿਨ ਉਹ ਹਲ ਬਾਉਣ ਗਿਆ ਟਰੈਕਟਰ ਦੇ ਉੱਤੇ, ਇੱਕ ਸਰ ਸੀ, ਉਹਨੇ ਛਾਲ ਮਾਰੀ, ਉਹਨੇ ਆਣ ਕੇ ਉਹਦੀ ਬਾਂਹ ਜਿਹੜੀ ਆ ਉਹਨੂੰ ਬਲ ਮਾਰ ਲਿਆ, ਪੇਚਾ ਮਾਰ ਲਿਆ ਔਰ ਨਾਲ ਉਹ ਜਿਹੜਾ ਸਟੀਅਰਿੰਗ ਉਹਦਾ ਉਹਨੂੰ ਪੇਚਾ ਪਾ ਲਿਆ ਔਰ ਉਹਨੇ ਡੰਗ ਮਾਰ ਲਿਆ। ਫਿਰ ਉਹਨੂੰ ਸੱਪ ਨੂੰ ਕਿਸ ਤਰ੍ਹਾਂ ਲਾ ਕੇ ਸੁੱਟਿਆ, ਉਹ ਡਾਕਟਰਾਂ ਦੇ ਚਲਾ ਗਿਆ, ਉਹਦੀ ਮੌਤ ਹੋ ਗਈ। ਉਹਦਾ ਪਰਿਵਾਰ ਸੱਚੇ ਪਾਤਸ਼ਾਹ ਦੇ ਕੋਲ ਜੇਠੂ ਆ ਗਿਆ। ਉਹਨਾਂ ਨੇ ਦੱਸਿਆ ਜੀ ਇੱਦਾਂ ਸੱਪ ਲੜਿਆ ਤੇ ਉਹਦੀ ਮੌਤ ਹੋ ਗਈ। ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਸਿੱਖ ਦੇ ਇਹ ਇੱਦਾਂ ਹੋਵੇ, ਜਦੋਂ ਉਹ ਘਰੋਂ ਸਾਡੇ ਵੱਲ ਨੂੰ ਚੱਲਦਾ ਉਹਦੀ ਜ਼ਹਿਰ ਉਤਰਨੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਚਰਨਾਂ 'ਚ ਆਣ ਕੇ ਨਮਸਕਾਰ ਕਰਦਾ ਉਹਦੀ ਜ਼ਹਿਰ ਬਿਲਕੁਲ ਉਤਰ ਜਾਂਦੀ। ਉਹਨੇ ਸਾਡੀ ਓਟ ਨਹੀਂ ਟੱਕੀ, ਉਹਨੇ ਡਾਕਟਰਾਂ ਦੀ ਟੱਕੀ, ਇਸ ਲਈ ਉਹਦੀ ਮ੍ਰਿਤੂ ਹੋਈ। ਇਹ ਉਹ ਨਸੀਬ ਸਿੰਘ ਦੇ ਬਾਰੇ ਪਾਤਸ਼ਾਹ ਬਚਨ ਕੀਤਾ। ਭਈ ਫਿਰ ਸਾਨੂੰ ਵੀ ਚਾਹੀਦਾ, ਮਹਾਰਾਜ ਕਹਿੰਦੇ ਆ ਜੁਗ ਜੁਗ ਬਿਨਾਂ ਪ੍ਰਭੂ ਤੋਂ ਭਗਤਾਂ ਦੀ ਰੱਖੇ ਕੋਈ ਨਾ ਲੱਜਿਆ। ਸਾਨੂੰ ਉਸ ਅਕਾਲ ਪੁਰਖ ਨਿਰਗੁਣ ਨਿਰੰਕਾਰ ਦਾ ਜਿਹੜਾ ਹੈ ਉਹ ਆਸਰਾ ਲੈਣਾ ਚਾਹੀਦਾ ਆ। ਸਿਰ ਹੱਥ ਨਾਲ ਕੋਈ ਟਿਕਾਈ ਆ। ਕੋਈ ਵੀ ਪੰਜ ਤੱਤੀ ਗੁਰੂ ਉਹ ਕਿਸੇ ਨੂੰ 84 ਚੋਂ ਬੇੜਾ ਉਹਦਾ ਪਾਰ ਨਹੀਂ ਕਰ ਸਕਦਾ। ਜਿੰਨੇ ਵੀ 18 ਅਵਤਾਰ ਹੋਏ ਆ, ਕਿ ਨਰਸਿੰਘ ਜਿਹੜਾ ਆ ਕੀ ਉਹ ਕਿਸੇ ਸੂਰ ਨੂੰ ਜੰਮਿਆ ਸੀ? ਜਿਸਨੇ ਪ੍ਰਹਲਾਦ ਦੀ ਲੱਜਾ ਰੱਖੀ ਉਹ ਕਿਸੇ ਮਾਂ ਨੂੰ ਜੰਮਿਆ ਸੀ। ਜਿਹਨੇ ਧਰੂ ਦੀ ਲੱਜਾ ਰੱਖੀ ਉਹ ਕਿਸੇ ਮਾਂ ਨੂੰ ਜੰਮਿਆ ਸੀ। ਅਸੀਂ ਜਿਹੜੇ ਮਾਵਾਂ ਨੂੰ ਜੰਮਦੇ ਅਸੀਂ ਉਹਨਾਂ ਨੂੰ ਗੁਰੂ ਵੀ ਮੰਨ ਲੈਂਦੇ ਹਾਂ, ਪਰ ਉਹਨਾਂ ਦੇ ਅੰਦਰ ਜਿਹੜੀ ਪਰਮਾਤਮਾ ਦੀ ਜੋਤ ਹੁੰਦੀ ਅਸੀਂ ਉਹਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ। ਤਾਂ ਮਹਾਰਾਜ ਨੇ ਕਿਹਾ ਸੀ, ਭਾਗ ਲਗਾ ਕੇ ਕਾਇਆ ਮਾਟੀ ਕੱਚਿਆ ਕੰਚਨ ਗੜ ਵਿਖਾਈ ਆ। ਇਹ ਜਿਹੜਾ ਕੰਚਨ ਸੋਨਾ, ਇਹਦੇ ਅੰਦਰ ਆਤਮਾ ਸੋਨਾ ਆ, ਆਤਮਾ ਦੇ ਅੰਦਰ ਰਹਿੰਦਾ, ਉਹਨੂੰ ਭਾਗ ਲੱਗਦਾ ਗੁਰਮੁਖੋ। ਫਿਰ ਆਤਮਾ ਜਿਹੜੀ ਆ ਉਹ ਨਿਰੰਕਾਰ ਦੇ ਚਰਨਾਂ ਦੇ ਉੱਤੇ ਟੈਟੇਰੀ ਕਰਦੇ ਹੋ।
क्यों उन्होंने अपना सी साहिब के चरणों ते कत्या हम। पूजा पाठ का लेखा दिता मुकाईया, सतगुर पूरा तोलना नहीं, नाल शेरां ते बटिया हम। मना ते टंका ध्यान लगाईया, वो पाउंदा नहीं शरा दे जंजीरां वाले विच रसिया। वो कदी ये नहीं कहता कि तुसी आ करो आ करो आ करो। क्या तो तुरे फिरदे भावां अखां मीटियां हो चाहे खुलियां हो, 5 बारी जकारा बोलते इतना ही बड़ा है। सवेरे शामी सौन लग्या 5 बारी महाराज का जकारा बोल देना। बाकी जरा माला फेरनियां, सवेरे उठना, इशनान करने, ये कोई सानू पातशाह जी होरां ने शरा नहीं दसी। इसलिए महाराज कहते हैं वो पाउंदा नहीं शरा दे जंजीरां वालियां विच रटिया, बंधन सारे दह तोड़ाईया। जिसनू फड़े चुके दरगाह सच्ची सटिया, जिन्हों कहता ये मेरा सिख है। सच्चे पातशाह शायद इसे ग्रंथ से लिखता गया, सारी संगत नूं आख्या कि तुहाडी जुबान ते मेरा नाम होना चाहिए है। उस दिन जितनी संगत आई सी उन्हां दी जुबान दे उत्ते सोहंग दी मोहर लाई गई। फिर सच्चे पातशाह जी ये लिख गए कि सारी इको पंगत लगेगी और सारिਆਂ ਦੀ पिठ ते पंजा लाएगा अकाल पुरख, ये मेरा आ। इको ही पंगत बिठाई गई। खुला चौगान सी उदन, शायद 2100 सिख सीगा। लंगर वरताया सच्चे पातशाह सारिਆਂ सिखां ਦੀ पिठ ਦੇ ਉੱਤੇ पंजा लाउंदे गए। जिसने पंजा लाता महाराज कहते वो पाउंदा नहीं शरा दे जंजीरां वालियां विच रटिया। सानू ये नहीं कहा कि तुसी की करोगे, कितना भोग लगेगा, की होएगा की नहीं। इस तरह एक बार सच्चे पातशाह जी शहर में चले गए। सुरिंदर सिंह अटारसी वाला अपने मुंडे नूं लैके खड़ा सीगा। देर हो गई महाराज नूं, मुंडा रोंदा सीगा, भुख लगी पापा, वो कभी लंगर खुला नहीं। इन्नी देर में सच्चे पातशाह जी आ गए। सच्चे पातशाह जी आए थे, कहने लगे सुरिंदर से काका रोंदा क्यों? कहने लगा जी कहता ये रोंदा भुख लगी है तो लंगर खुला नहीं। पातशाह गए लागदियां नूं वो झाड़ पाई याद करनगे, कहने लगे कि असीं इत्थे ना होईए तो तुसीं संगत भुखी मार दोगे। असीं ना होईए 5 जकारे बोलियो, लंगर जिहड़ा वो वरता दिओ, वो भोग लग जाएगा। उस दिन तो मर्यादा बन गई कि लंगर नूं 5 जकारे लंगर च जाके बोल दिओ, भोग लग गया, प्रसादे वरता दिओ। असीं उस नूं कईयां ने तोड़ दिता। लंगर च जाके 5 जकारे बोलने की बजाय कईयां ने पढ़ांगा तो जाके दूजा भोग लवाना शुरू कर दिता। ਉਹਦਾ कोई मालिक फिर अलग बनाता जाता कि इस दिन भोग लगा कोई छकूगा, वो संगत नूं नहीं वरताया जाऊगा। महाराज ने की रीत बनी और असीं किदां दीयां रीतां बनाउणियां शुरू कर दित्तियां। ਉਹ ਪਾਉਂਦਾ नहीं शरा दे जंजीरां वालियां विच रटिया, बंधन सारे दह तोड़ाईया। जिसनूं फड़े चुक के दरगाह साची सटिया, जिसनूं कहता ये मेरा आ। शायद तो सानूं पता लगा 1920 की गल है ना, 2020 की गल, हाँ 2010 की। उस दिन कहा कि जिन्ने मैं इकट्ठे करने सारे इन्ने कर ले, मैनू बाकी दुनिया के ना कुछ नहीं। मैं बारी कई बार सोचदा कि जेडे उदन बच्चों ने जन्म नहीं दसिया उन्हों का की होएगा। उत्थे महाराज ने यह कहता कि मैं तुहाडे पुत पोतरे ते एक पासे मैं तुहाडे डंगर भी तार दूँगा। फिर जिहड़ा उस वेले जिन्हां दे उत्ते वो उंगल फिर गई, उन्हां दा बेड़ा पार हो गया। गाँव उन्हां दे पुत पोतरियां दा हो गया, बाकियां दा की होएगा किसी ने कुछ नहीं पता। महाराज कहंदे हैं जिसनूं फड़े चुक के दरगाह साची सटिया, राह विच विष्णु ब्रह्मा शिव जिहड़ा देखा मंगदे आ वो नहीं अटकाउणगे। शिव सारे उस नूं सीस नवाई आ,
ਉਹਦਾ ਜਨਮ ਦਾ ਕਰਮ ਦਾ ਲੇਖਾ ਜਾਏ ਠੱਪਿਆ ਹਮ, ਨਾ ਉਹ ਜਨਮ ਲੈ ਤੇ ਨਾ ਉਹ ਮ੍ਰਿਤੂ ਲੋਕ ਉਹਨੂੰ ਸਦਾ ਦੇਵੇ। ਜਨਮ ਕਰਨ ਦਾ ਕਰਮ ਕੀ ਕੀਤੇ ਆ ਉਹਦੇ ਮੁਤਾਬਕ ਉਹਨੂੰ ਮ੍ਰਿਤੂ ਮਿਲੇ, ਇਹ ਦੋਨੋਂ ਖਤਮ ਕਰ ਦਿੱਤੇ ਮਹਾਰਾਜ ਜੀ ਨੇ। ਜਾਏ ਠੱਪਿਆ ਠੱਪਾ ਨਾਮ ਵਾਲਾ ਲਗਾਈ ਹਾਂ, ਪਰ ਜਿਹੜੇ ਸੋਹੋਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਨ ਕਰਦੇ ਆ, ਇਹ ਠੱਪਾ ਹੋ ਗਿਆ, ਇਹ ਉਹਦੇ ਆ। ਜਿਹੜੇ ਸਿਰਫ ਮੂੰਹ ਜ਼ਬਾਨੀ ਬਾਹਰੋਂ ਸਿਮਰਨ ਕਰਦੇ ਆ, ਉਹਨਾਂ ਦੀ ਗੱਲ ਨਹੀਂ, ਪਰ ਜਿਹੜੇ ਅੰਤਰ ਆਤਮਾ ਆਰਾਧਦੇ ਆ, ਉਹਨਾਂ ਦੀ ਗੱਲ ਆ। ਉਹਨਾਂ 'ਤੇ ਠੱਪਾ ਲੱਗ ਗਿਆ ਔਰ ਉਹ ਸਾਰੇ ਦੇ ਸਾਰੇ ਸੱਚਖੰਡ ਜਾਣ। ਠੱਪਾ ਨਾਮ ਵਾਲਾ ਲਗਾਈ ਆ, ਚਾਰ ਯੁੱਗ ਦੇ ਸ਼ਾਸਤਰਾਂ ਨੇ ਇਹੋ ਲੇਖ ਲਿਖਿਆ, ਜਦ ਅੰਤ ਹੋਵੇ ਤੇ ਹੋਵੇ ਪੱਪਿਆ। ਇੱਕ ਤੇ ਹੈ ਸਭ ਤੋਂ ਪਹਿਲਾ ਵੇਦ ਜਿਹੜਾ ਸਾਮ ਵੇਦ ਆ, ਉਹਦੇ ਵਿੱਚ ਲਿਖਦਾ ਹੈ ਪੱਪੇ ਦੀ, ਬਾਕੀਆਂ ਦਾ ਮੈਨੂੰ ਨਹੀਂ ਪਤਾ, ਲੇਕਿਨ ਉਹਦੇ ਵਿੱਚ ਪੱਪੇ ਦੀ ਆ। ਤੇ ਪੱਪੇ ਵਾਲਾ ਮਹਾਰਾਜ ਪੂਰਨ ਸਿੰਘ ਆਏਗਾ, ਜਿਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋਵੇਗਾ। ਪੱਪਿਆ ਉਹ ਪੂਰਨ ਪਰਮੇਸ਼ਰ, ਪੱਪਿਆ ਪੂਰਨ ਪਰਮੇਸ਼ਰ ਪੂਰਨ ਵਿੱਚ ਸਮਾਈ ਆ। ਪੱਪਾ ਅੱਖਰ ਲਿਖਿਆ, ਦੋ ਪੱਪੇ ਆ। ਪੂਰਨ ਪਰਮੇਸ਼ਰ, ਉਹ ਪੂਰਨ ਸਿੰਘ ਸਮਾਏਗਾ। ਫਿਰ ਮਹਾਰਾਜ ਪੂਰਨ ਸਿੰਘ ਤੋਂ ਬਿਨਾਂ ਕਿਸੇ ਦੇ ਅੰਦਰ ਜੋਸ਼ ਦੀ ਤਾਰ ਦਾ ਪ੍ਰਕਾਸ਼ ਨਹੀਂ ਹੋਇਆ। ਅਗਰ ਨਹੀਂ ਹੋਇਆ ਤੇ ਫਿਰ ਇੱਕ ਦੂਜੇ ਨੂੰ ਅਸੀਂ ਮੱਥੇ ਕਿਸ ਕਰਕੇ ਟੇਕਦੇ ਹਾਂ? ਜਕਾਰੇ ਬੋਲੋ। ਪੂਰਨ ਪਰਮੇਸ਼ਰ ਪੂਰਨ ਵਿੱਚ ਸਮਾਈ ਆ। ਨਾਰਦ ਕਹੇ ਉਸ ਦਾ ਲੇਖਾ ਹੱਥੋਂ ਹੱਥਿਆ ਹਮ। ਇਹ ਨਹੀਂ ਗਾ ਕਿ ਜਿਵੇਂ ਪਿਛਲੇ ਗੁਰੂਆਂ ਪੀਰਾਂ ਨੇ ਕਹਿ ਦਿੱਤਾ ਵੀ ਚਲੋ ਇਸ ਜਾਮੇ 'ਚ ਤੇਰਾ ਕਲਿਆਣ ਹੋ ਜੂਗਾ, ਇਸ ਜਾਮੇ 'ਚ ਹੋ ਜੂਗਾ, ਇਸ ਜਾਮੇ 'ਚ ਹੋ ਜੂਗਾ, ਇੰਨੀ ਦੇਰ ਬਾਅਦ ਹੋਊਗਾ। ਨਹੀਂ, ਕਲਿਆਣ ਹੋਏਗਾ ਜਿਨ੍ਹਾਂ ਦਾ ਹੱਥੋਂ ਹੱਥ ਆਏਗਾ, ਸਾਰਿਆਂ ਦੇ ਦਇਆ ਕਰੇਗਾ, ਸਾਰੇ ਜਿਹੜੇ ਆ ਉਹਨਾਂ ਨੂੰ ਉਹ ਸੱਚਖੰਡ ਲੈ ਕੇ ਜਾਏਗਾ। ਨਾਦ ਕਹੇ ਉਸ ਦਾ ਲੇਖਾ ਹੱਥੋਂ ਹੱਥਿਆ ਖੁਦਾਰ ਦਾ ਬਣ ਜਨਾ ਕੋਈ ਕਰਾਈਆ। ਇਹ ਨਹੀਂ ਕਹੇਗਾ ਕਿ ਚੰਗਾ ਫਿਰ ਕੋਈ ਗੁਰੂ ਪੀਰ ਆਊ ਤੁਹਾਡਾ ਕਲਿਆਣ ਕਰ ਦੂ। ਜਿੱਦਾਂ 10 ਗੁਰੂ ਸਾਹਿਬਾਨ ਆਏ, ਗੁਰੂ ਨਾਨਕ ਦੇਵ ਜੀ ਨੇ 14, ਫਿਰ 10ਵੇਂ ਪਾਤਸ਼ਾਹ ਜੀ ਨੇ, ਬਾਕੀ ਤਾਂ ਇੱਦਾਂ ਹੀ ਰੇੜਦੇ ਗਏ, ਦੂਜੇ ਹੱਥ ਡੋਰੀ ਫੜਾਉਂਦੇ ਚਲੇ ਗਏ। ਖੁਦਾਰ ਦਾ ਬਣ ਜਨਾ ਕੋਈ ਕਰਾਈਆ, ਜੋ ਪ੍ਰੇਮੀ ਪਿਆਰਾ ਪ੍ਰੇਮ ਵਿੱਚ ਟੱਠਿਆ। ਅਸੀਂ ਵੀ ਇੱਥੇ ਆਉਣੇ ਕਈ ਐਵੇਂ ਮੱਥਾ ਟੇਕ ਦਿੰਦੇ, ਪ੍ਰੇਮ ਦੇ ਵਿੱਚ ਮੱਥਾ ਨਹੀਂ ਟੇਕਦੇ। ਦੇਖਾ ਦੇਖੀ ਵੀ ਲੋਕੀ ਕੀ ਕਹਿਣਗੇ, ਇਹਨੇ ਮੱਥਾ ਨਹੀਂ ਟੇਕਿਆ। ਫੜ ਬਾਹੋਂ ਗਲੇ ਲਗਾਈ ਆ ਸੁਰਤੀ, ਬ੍ਰਾਹਮਣ ਸ਼ੂਦਰ ਵੈ ਛਤਰੀ, ਬ੍ਰਾਹਮਣ ਸ਼ੂਦਰ ਵੈ ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ। ਇਹ ਨਹੀਂ ਕਿ ਮੈਂ ਜੈਨੀ ਹਾਂ ਤੇ ਮੇਰਾ ਬੇੜਾ ਪਾਰ ਹੋ ਜੂ, ਮੈਂ ਸਿੱਖ ਹਾਂ ਤੇ ਮੇਰਾ ਬੇੜਾ ਪਾਰ ਹੋ ਜੂ, ਮੈਂ ਮੁਸਲਮਾਨ ਬਣ ਗਿਆ ਮੇਰਾ ਬੇੜਾ ਪਾਰ ਹੋ ਜੂ। ਨਹੀਂ, ਨਾਲ ਪਾਤਸ਼ਾਹ ਸ਼ਰਤ ਲਾਤੀ, ਆਖਿਆ ਛਤਰੀ ਹੋਵੇ, ਜਿਹਨੂੰ ਖੱਤਰੀ ਸੱਦਦੇ ਆਪਾਂ, ਛਤਰੀ ਹੋਵੇ, ਬਾਹਮਣ ਹੋਣ, ਸ਼ੂਦਰ ਹੋਣ, ਛੋਟੀ ਜਾਤੀ ਦੇ ਹੋਣ, ਉਹਨਾਂ ਤੋਂ ਜਿਹੜੇ ਕਿਰਤੀ ਹਨ ਉਹ ਵੈਸ਼ ਹੋਣ, ਹਿੰਦੂ ਹੋਣ, ਈਸਾਈ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਪਾਰਸੀ ਜੈਨੀ ਬੋਧੀ ਕੋਈ ਵੀ ਹੋਵੇ। ਇਹ ਨਹੀਂ ਕਿ ਫਲਾਨੀ ਜਾਤੀ ਵਾਲੇ ਦਾ ਕਲਿਆਣ ਹੋਵੇਗਾ। ਪਾਤਸ਼ਾਹ ਕਹਿੰਦੇ ਕਲਿਆਣ ਹੋਵੇਗਾ ਗਰੀਬ ਨਿਮਾਣੇ ਭੁੱਖੇ ਤਾਰੇ। ਜਿਹੜੇ ਗਰੀਬ ਨਿਮਾਣੇ ਆ, ਸਾਡੇ ਅੰਦਰ ਗਰੀਬੀ ਹੈ ਨਹੀਂ, ਅਸੀਂ ਨਿਮਾਣੇ ਬਣ ਕੇ ਸੇਵਾਦਾਰ ਨਹੀਂ ਸੇਵਾ ਕੀਤੀ। ਅਸੀਂ ਕਹਿੰਦੇ ਮਹਾਰਾਜ ਸਿੱਖ ਬਣ ਗਏ ਤੇ ਸਾਡਾ ਬੇੜਾ ਪਾਰ ਹੋ ਜਾਊਗਾ। ਪਾਤਸ਼ਾਹ ਨਾਲ ਇੱਥੇ ਸ਼ਬਦ ਲਾਤੀ, ਇੱਕ ਤੇ ਉਹ ਗਰੀਬ ਹੋਵੇ, ਆਪਣੀ ਮਾਇਆ ਦਾ ਉਹ ਦੂਜਿਆਂ ਦੇ ਉੱਤੇ ਰੋਹ ਨਾ ਪਾਵੇ, ਨਿਮਾਣਾ ਹੋਵੇ, ਐਵੇਂ ਨਾ ਆਪਣੀ ਧੌਂਸ ਦਿਖਾਲਦਾ ਫਿਰੇ। ਗਰੀਬ ਨਿਮਾਣੇ ਭੁੱਖੇ ਤਾਰੇ ਇਕੱਠਿਆਂ, ਸਾਰੇ ਇਕੱਠੇ ਹੋਗਾ ਭੁੱਖੇ ਨਿਮਾਣੇ ਜਿਹੜੇ ਗਰੀਬ ਨਿਮਾਣੇ ਆ। ਇਹ ਨਹੀਂ ਜਾਤ ਨਹੀਂ ਦੇਖੀ ਕਿਹੜੀ ਜਾਤ ਆ, ਸਾਰਿਆਂ ਦਾ ਬੇੜਾ ਪਾਰ ਕਰ ਦਿੱਤਾ। ਵੇਰਵਾ ਵੰਡ ਨਾ ਕੋਈ ਵਿਖਾਈ ਆ। ਇਹ ਵੇਰਵਾ ਨਹੀਂ ਕਿ ਜੈਨੀ ਆ ਇਹ ਹੀ ਪਾਰ ਕਰਨੇ ਬੇੜਾ, ਖੱਤਰੀ ਪਾਰ ਕਰਨੇ, ਬ੍ਰਾਹਮਣ ਕਰਨੇ, ਸ਼ੂਦਰ ਕਰਨਾ।
ਜਿਹੜਾ ਗਰੀਬ, ਜਿਹੜਾ ਨਿਰਮਾਣਤਾ 'ਚ ਰਹਿੰਦਾ ਹੈ। ਗਰੀਬ ਨਿਰਮਾਣਤਾ ਵਾਲੇ ਨੂੰ ਸੱਦਦੇ ਆ, ਗਰੀਬੀ ਵੀ ਨਿਰਮਾਣਤਾ ਵਾਲੇ ਨੂੰ ਸੱਦਦੇ ਆ। ਜਿਹੜਾ ਨਿਰਮਾਣਤਾ 'ਚ ਰਹਿੰਦਾ ਹੈ, ਮਹਾਰਾਜ ਕਹਿੰਦੇ ਉਹਨਾਂ ਇਕੱਠਿਆਂ ਦਾ ਮੈਂ ਸਾਰਿਆਂ ਦਾ ਬੇੜਾ ਪਾਰ ਕਰ ਦੇਣਾ। ਵੇਰਵਾ ਵੰਡਣਾ, ਕੋਈ ਵੰਡਾਈ ਜ਼ਾਤ ਪਾਤ ਦਾ ਕੋਈ ਵੇਰਵਾ ਨਹੀਂ ਹੋਵੇਗਾ। ਬਿਰਧ ਬਾਲ ਜਵਾਨਾ ਇੱਕੋ ਮਾਣ ਰੱਖਿਆ ਹਾਂ। ਸ਼ਾਇਦ ਕੋਈ ਇਹ ਕਹਿੰਦਾ ਹੋਵੇ ਵੀ ਅਸੀਂ ਛੋਟੇ ਹਾਂ, ਬੱਚੇ ਹਾਂ, ਤੇ ਸਾਨੂੰ ਮਾਣ ਨਹੀਂ। ਅਸੀਂ ਬੁੱਢੇ ਹਾਂ ਤੇ ਸਾਨੂੰ ਮਾਣ ਪਹਿਲਾਂ ਮਿਲਣਾ ਚਾਹੀਦਾ। ਇਹ ਨਹੀਂ, ਉਹਦੇ ਦਰ 'ਤੇ ਉਮਰ ਨਹੀਂ ਦੇਖੀ ਜਾਂਦੀ। ਉਹਦੇ ਦਰ 'ਤੇ ਕੀ ਆ? ਗਰੀਬ ਕਿਹੜੇ ਆ? ਜਿਹੜੇ ਨਿਰਮਾਣਤਾ 'ਚ ਰਹਿੰਦੇ ਆ। ਨਿਰਮਾਣਤਾ ਦੇਖੀ ਗਈ, ਉਹਨਾਂ ਦੀ ਮਾਲੀ ਹਾਲਤ ਨਹੀਂ ਦੇਖੀ ਗਈ। ਬਿਰਧ ਬਾਲ ਜਵਾਨਾ ਇੱਕੋ ਮਾਣ ਰੱਖਿਆ, ਇੱਕੋ ਦਰਦ ਟਿਕਾਈ ਆ। ਇਹ ਨਹੀਂ, ਆਤਮਾ ਦੀ ਉਮਰ ਕੋਈ ਨਹੀਂ ਗਈ। ਜਗਤ ਦੇ ਅੰਦਰ ਭਲੇ ਛੋਟੀ ਵੱਡੀ ਉਮਰ ਦੇ ਹੋਣ, ਇੱਕੋ ਦਰ ਸੱਚਖੰਡ ਸਾਰਿਆਂ ਨੂੰ ਸੱਚਖੰਡ ਲੈ ਜਾਏਗਾ। ਨਾਲੇ ਨਾਰਦ ਖਿੜ ਖੜਾ ਕੇ ਹੱਸਿਆ, ਹੱਸ ਕੇ ਰਿਹਾ ਵਿਖਾਈ ਆ। ਮੈਂ ਕੀ ਕਰਾਂ ਜਿੱਧਰ ਤੱਕਾਂ ਬਿਨਾਂ ਸਾਹਿਬ ਤੋਂ, ਅੰਧੇਰੀ ਦਿਸੇ ਮਸਿਆ। ਸਾਹਿਬ ਦਾ ਜਿਹਨੇ ਲੜ ਫੜ ਲਿਆ, ਉਹ ਤੋਂ ਬਾਕੀ ਸਾਰੇ ਪਾਪਾਂ ਦੇ ਹਨੇਰੇ 'ਚ ਚਲੇ ਗਏ। ਅਸੀਂ ਧਰਮਾਂ ਨੂੰ ਮੰਨਦੇ ਲੱਗ ਪਏ। ਮਹਾਰਾਜ ਪਹਿਲਾਂ ਕਹਿ ਗਿਆ, ਮੈਂ ਹਿੰਦੂ ਮੁਸਲਿਮ ਸਿੱਖ ਈਸਾਈ ਨਹੀਂ ਦੇਖੇ, ਮੈਂ ਉਹ ਦੇਖੇ ਜਿਨ੍ਹਾਂ ਨੇ ਨਿਰਗੁਣ ਨਿਰੰਕਾਰ ਦਾ ਲੜ ਫੜ ਲਿਆ। ਸਿਰਫ ਉਹਨਾਂ ਦਾ ਬੇੜਾ ਪਾਰ ਹੋਵੇਗਾ। ਇਹ ਨਹੀਂ ਆ ਕਿ ਜੈਨੀ ਹੋਵੇ, ਬਾਹਮਣ ਹੋਵੇ। ਬਾਹਮਣ ਬੈਠੇ ਹੀ ਆ ਨਾ ਗੰਗਾ ਦੇ ਕੰਢੇ, ਲੋਕਾਂ ਨੂੰ ਲੁੱਟਦੇ ਆ। ਅਸੀਂ ਇੱਕ ਵਾਰੀ ਗੰਗਾ ਦੇ ਕੰਢੇ 'ਤੇ ਚਲੇ ਗਏ, ਬਨਾਰਸ ਦੀ ਗੱਲ ਆ। ਇੱਕ ਪੰਡਤ ਆ ਗਿਆ, ਜੀ ਗਊ ਮਨਸ ਦਿਓ, ਗਊ ਮਨਸ ਦਿਓ। ਮੈਂ ਕਿਹਾ ਵੈਸੇ ਦੇ ਕੋਈ ਕਿਸੇ ਨੂੰ ਮਨਸਦੇ ਨਹੀਂ, ਕੋਈ ਨਹੀਂ ਲਓ ਜੀ। ਪਹਿਲਾਂ ਕਹਿੰਦਾ 100 ਦੀ ਲੈ ਲਓ, 200 ਦੀ ਲੈ ਲਓ। ਫਿਰ ਆ ਗਿਆ ਕਰਦਾ 5 ਦੀ ਆ ਗਿਆ। ਮੈਂ ਕਿਹਾ 5 ਰੁਪਏ ਦੇ ਦਿਓ, ਭਾਵੇਂ ਗਊ ਘਰ ਲੈ ਜਾਊਂਗਾ। ਕਹਿੰਦਾ ਫਿਰ ਨਹੀਂ ਮੈਂ ਵੇਚਣੀ। ਪੈਸੇ ਲੋਕਾਂ ਨੂੰ ਲੁੱਟਣ ਲਈ ਪੰਡਤ ਕੀ ਕੁਛ ਕਰਦੇ ਫਿਰਦੇ ਆ। ਅਤੇ ਮਹਾਰਾਜ ਕਹਿੰਦੇ ਹੈਗੇ ਆ, ਮੈਂ ਕੀ ਕਰਾਂ ਜਿੱਧਰ ਤੱਕਾਂ ਬਿਨਾਂ ਸਾਹਿਬ ਤੋਂ ਅੰਧੇਰੀ ਦਿਸੇ ਮੱਸਿਆ। ਚਾਹੇ ਪੰਡਤ ਬਣ ਕੇ ਲੁੱਟਦੇ, ਚਾਹੇ ਖੱਤਰੀ ਬਣ ਕੇ ਲੁੱਟਦੇ ਆ, ਚਾਹੇ ਸੂਦ ਬਣ ਕੇ ਲੁੱਟਦੇ ਆ, ਚਾਹੇ ਵੈਸ਼ ਬਣ ਕੇ ਲੁੱਟਦੇ ਆ। ਕੋਈ ਧਰਮ ਵਾਲਾ ਜਿਹੜਾ ਵੀ ਦੂਜੇ ਨੂੰ ਲੁੱਟਦਾ ਆ, ਉਹ ਮਹਾਰਾਜ ਦਾ ਸਿੱਖ ਨਹੀਂ ਹੋ ਸਕਦਾ। ਸਿਰਫ ਗਰੀਬੜੇ ਨਿਮਾਣੇ ਹੀ ਉਸ ਦੇ ਸਿੱਖ ਹਨ, ਜਿਹੜੇ ਦੂਜਿਆਂ ਦੀ ਮਦਦ ਕਰਦੇ ਆ। ਸਾਚਾ ਚੰਦ ਨਾ ਕੋਈ ਚਮਕਾਈ ਆ, ਉਹ ਜਿਹੜੇ ਆ ਮਾਇਆ ਧਾਰੀ। ਜਿਵੇਂ ਅਸੀਂ ਤਾਰਾ ਸਿੰਘ ਦੀ ਲਿਖਤ ਪੜ੍ਹੀ ਹੈ, ਚੰਬਲ ਵਾਲੇ ਦੀ। ਉਹ ਬ੍ਰਾਹਮਣ ਸੀ, ਬਨਾਰਸ ਦਾ, ਲੋਕਾਂ ਨੂੰ ਠੱਗਦਾ ਸੀ। ਬ੍ਰਾਹਮਣ ਹੋ ਕੇ ਵੀ ਠੱਗੀ ਮਾਰਦਾ ਸੀ। ਫਿਰ ਉਹਦਾ ਬੇੜਾ ਪਾਰ ਕਰਨਾ ਪਿਆ, ਕਿਉਂਕਿ ਰੁਦਾਸ ਦੇ ਉਹ ਸੰਪਰਕ 'ਚ ਆ ਗਿਆ। ਫਿਰ ਮੈਂ ਜ਼ੋਰ ਨਾਲ ਪ੍ਰਭੂ ਦਾ ਚਰਨ ਝੱਸਿਆ, ਲక్ష్ਮੀ ਨੂੰ ਵਿਸ਼ਨੂੰ ਤੋਂ ਪਰੇ ਦਿੱਤਾ ਤਕਾਈ ਆ। ਤੇਰਾ ਬੇਲਾ ਤੇਰੇ ਪਿਆਰ ਵਿੱਚ ਟੱਪਿਆ। ਹਟ ਪਰਾਂ ਵਿਸ਼ਨੂੰ, ਵਿਸ਼ਨੂੰ ਸਰਗੁਣ ਰੂਪ, ਲక్ష్ਮੀ ਨੂੰ ਵੀ ਪਰਾਂ ਕਰ ਦਿੱਤਾ। ਹੁਣ ਵੇਲਾ ਕਿਹਦਾ? ਨਿਰਗੁਣ ਨਿਰੰਕਾਰ ਦਾ। ਭਾਈ ਫਿਰ ਆਪਾਂ ਵੀ ਇਹ ਜਿਹੜੀਆਂ ਫੋਟੋਆਂ ਆ, ਚਿੱਤਰ ਜਿਹੜੇ ਆ, ਇਹਨਾਂ ਨੂੰ ਵੀ ਇੱਕ ਪਾਸੇ ਕਰ ਦਈਏ। ਸਿਰਫ ਨਿਰਗੁਣ ਨਿਰੰਕਾਰ, ਜੋ ਸ਼ਬਦ ਦੀ ਧਾਰ, ਜਿਸ ਦਾ ਅਸੀਂ ਲੜ ਫੜਿਆ, ਹੁਣ ਕੇਵਲ ਉਹ ਹੀ ਸਾਡਾ ਬੇੜਾ ਪਾਰ ਕਰੇ। ਹੁਣ ਭਗਤਾਂ ਨੂੰ ਖੁਸ਼ੀ ਨਾਲ ਸਮਾਂ ਦੇਣਾ ਸੁਹਾਈ ਆ। ਮਹਾਰਾਜ ਅੱਗੇ ਜਾ ਕੇ ਕਹਿੰਦੇ ਆ, ਮੇਰੇ ਵਰਗੇ ਪੁੱਤ ਘਰ ਘਰ ਨਾ ਜੰਮਣ। ਨਾਰਦ ਕਹੇ, ਮੈਂ ਕੋਈ ਪੰਡਤ ਨਹੀਂ, ਬ੍ਰਾਹਮਣ ਦਾ ਰੂਪ ਬਦਲਾਈ ਆ। ਮੇਰੇ ਵਰਗੇ ਪੁੱਤ ਘਰ ਘਰ ਨਾ ਜੰਮਣ, ਜੰਮਣ ਵਾਲੀ ਕੋਈ ਨਾ ਮਾਈ ਆ। ਮੈਂ ਪ੍ਰਭੂ ਦਾ ਹਲਕਾਰਾ ਤੇ ਜੁਗ ਜੁਗ ਸਭ ਦੇ ਕੱਢ ਲਿਆਵਾਂ ਸੰਭਣ। ਫਿਰ ਵੀ ਅਸੀਂ ਪ੍ਰਭੂ ਦੇ ਪਿਆਰੇ ਹਾਂ। ਜੋ ਇੱਥੇ ਝਗੜਾ ਹੋਇਆ ਸੀ, ਇਹੋ ਹੀ ਕਿਹਾ ਸੀਗਾ ਕਿ ਸਿੱਖ ਬਣ ਕੇ ਆਓ। ਸਿੱਖ ਬਣ ਕੇ ਕੋਈ ਨਹੀਂ ਆਉਂਦਾ। ਆਪਾਂ ਵੀ ਆਉਂਦੇ, ਸਿੱਖ ਬਣ ਕੇ ਆਇਆ ਕਰੀਏ। ਆਪਾਂ ਇੱਥੇ ਸੇਵਾ ਕਰਨ ਚੱਲੇ ਹਾਂ, ਜਿੰਨੀ ਥੋੜ੍ਹੀ ਬਹੁਤੀ ਮਿਲਦੀ ਉਹ ਸੇਵਾ ਕਰਿਆ ਕਰੀਏ।
नारद कहे मेरे को होर बड़ियां बड़ियां पुरानियां बिन अखरां तो चिट्ठियां चिट्ठी रसायन हथ ना कोई फड़ाई आ चिट्ठी। इत्थे नारद शब्द का नाम आ जो परमात्मा ने संदेशे दिते गुरुआं पीरां लिख दिते जिहड़े मैनू दिते वो नारद कहंदा वो तो अनेक हैं मैं उन्होंने लिखिया नहीं आ जिन्ने के गुरुआं पीरां नूं संदेशे मिले उन्होंने अपने ग्रंथ लिख दिते ਉਹਦੇ ਵਿੱਚ प्रेम ते प्यार दियां गल्लां मिठियां आपां भी आया करिए एक दूजे नूं बुरा भला ना कहिए सच्चे पातशाह दे वचन करिया करिए। मैं फिर सारिਆਂ ਨੂੰ समझा फिर मैं सारिਆਂ ਨੂੰ समझा चाहे छतरी हो ब्राह्मण शूदर वैश्य नहीं ये जट दियां हानना साडा तो सारिਆਂ दा जाति बदल दी सच्चे पातशाह। ये जट दियां हानना ਉਹਦੇ मित्र आ ਉਹਦੇ दोस्त आ। उस वेले अकाल पुरख जट के रूप महाराज पूਰਨ ਸਿੰਘ ਦੇ ਸਰੂਪ ਦੇ ਵਿੱਚ ਮਾਤਲੂਰ 'ਚ ਵਿਚਰਦੇ ਸਨ। ਤੁਸੀਂ ਸਾਰੇ ਉਹਦੇ ਹਾਣੀ ਸਾਰੇ ਉਹਦੇ ਮਿੱਤਰ ਸਾਰੇ ਉਹਦੇ ਦੋਸਤ। ਇਹ ਜੱਟ ਦੀਆਂ ਹਾਨਣਾ ਤੇ ਜੱਟੀਆਂ ਜਟਾ ਜੂਟ ਧਾਰੀਆਂ ਸਾਰਿਆਂ ਗਿਆ ਤਜਾਈ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਭਗਤੀਆਂ ਕਰ ਕਰਕੇ ਅਸੀਂ ਸਾਧੂ ਬਣ ਗਏ ਅਸੀਂ ਸੰਤ ਬਣ ਗਏ। ਕਿਸੇ ਦਾ ਮੁੱਲ ਨਹੀਂ ਪਿਆ ਮੁੱਲ ਉਹਦਾ ਪਿਆ ਜਿਹੜਾ ਸੱਚੇ ਪਾਤਸ਼ਾਹ ਦਾ ਸਿੱਖ ਬਣ ਗਿਆ। ਫਿਰ ਇਹ ਸਿੱਖ ਬਣਨਾ ਔਖਾ ਵੀ ਸੌਖਾ ਵੀ ਸੀ। ਜਿਹਨੇ ਆਪ ਨੂੰ ਅਰਪਣ ਕਰ ਦਿੱਤਾ ਉਹੀ ਸਿੱਖ ਬਣਿਆ। ਜਿਸਨੇ ਆਪ ਅਰਪਣ ਨਹੀਂ ਕੀਤਾ ਉਹ ਸਿੱਖ ਨਹੀਂ ਹੋ ਸਕਦਾ। ਉਹ ਪਿਆਰ ਮੁਹੱਬਤ ਬਿਰਹੋਂ ਵਿੱਚ ਫੱਟੀਆਂ ਉਹਨਾਂ ਨੂੰ ਫਟ ਇਹਦਾ ਲੱਗਾ ਸੱਚੇ ਪਾਤਸ਼ਾਹ ਦੇ ਪ੍ਰੇਮ ਦਾ ਸੱਚੇ ਪਾਤਸ਼ਾਹ ਦੇ ਪਿਆਰ ਦਾ ਸੱਚੇ ਪਾਤਸ਼ਾਹ ਦੇ ਬਿਰਹੋਂ ਦਾ। ਜਿਸ ਦਿਨ ਮਹਾਰਾਜ ਪੂਰਨ ਸਿੰਘ ਤੁਸੀਂ ਉਹ ਸ਼ਾਇਦ ਕਈਆਂ ਨੇ ਕੋਈ ਨਜ਼ਾਰਾ ਤੱਕਿਆ ਹੋਵੇ ਦੇਹ ਤਿਆਗੀ ਆ ਸਰੀਰ ਦਾ ਸਤਿਕਾਰ ਕਰਨਾ ਉਹਦੇ ਕਿਵੇਂ ਢਾਈ ਮਾਰ ਕੇ ਸੰਗਤ ਰੋਂਦੀ ਸੀ। ਫਿਰ ਮਹਾਰਾਜ ਕਹਿੰਦੇ ਇਹ ਤਾਂ ਪ੍ਰੇਮ ਦੀਆਂ ਫੱਟੀਆਂ ਸੀਗੀਆਂ ਫੱਟ ਲੱਗੇ ਸੀ ਇਹਨਾਂ ਨੂੰ ਜ਼ਖਮ ਪ੍ਰੇਮ ਦੇ ਲੱਗੇ ਹੋਏ ਸੀਗੇ ਇਸ ਕਰਕੇ ਨਹੀਂ ਰੋਂਦੇ ਨੇ ਕਿਸੇ ਕੁੱਟਿਆ ਆ। ਇਹਨਾਂ ਦੇ ਹਿਰਦੇ ਦੇ ਅੰਦਰ ਉਹ ਸਾਹਿਬ ਦਾ ਪਿਆਰ ਸੀਗਾ। ਜਟਾ ਜੂਟ ਧਾਰੀਆਂ ਸਾਰੀਆਂ ਗਈਆਂ ਗਿਆ ਤਜਾਈ ਆ ਉਹ ਪਿਆਰ ਮੁਹੱਬਤ ਬਿਰਹੋਂ ਵਿੱਚ ਫੱਟੀਆਂ ਉਹਨਾਂ ਨੂੰ ਫਟਕਾਰਾ ਲੱਗਾ ਪਿਆਰ ਦਾ ਬਿਰਹੋਂ ਦਾ। ਪਰ ਹੁਣ ਕੀ ਹੋਇਆ ਉਹ ਕਿੱਥੇ ਗਿਆ ਪਿਆਰ ਜਿਹੜਾ ਉਸ ਦਿਨ ਸੀਗਾ ਉਹ ਕਿੱਧਰ ਗਿਆ ਪਿਆਰ। ਬਾਣੀ ਪੜ੍ਹ ਕੇ ਸਾਨੂੰ ਕਦੀ ਵਿਰਾਹ ਆਉਂਦਾ ਨਹੀਂ ਆਉਂਦਾ। ਤੇ ਮਹਾਰਾਜ ਕਹਿੰਦੇ ਆ ਕਾਓ ਨਰਾਲੇ ਨਜ਼ਰੀ ਆਈ ਆ ਉਹ 1 2 3 4 5 6 7 ਸਦੋਂ ਘਰ ਟੱਪੀਆਂ 1 2 ਨਹੀਂ 2 4 ਨਹੀਂ 5 6 नहीं 7 8 नहीं 7 जब 7 की गिनती सारे 7 के घर तो टप के सचखंड चले गए 7 असीं इत्थे कमाउने हैं पर जिन्हां ने किरपा कर दी आ उन्होंने कहा तुसीं सारे सचखंड के वासी बन गए। 6 7 सत्ते घर टप्पियां 7 सतवादी विच समाई आ। ये जिहड़े 1 2 3 4 की गिनती बाणी के अंदर जिहड़े आउंदे ग्रंथां के अंदर ये उस घरां नूं टप गए। 7 तबकियां 7 पताल आ उन्हां दे कौन कौन उत्थे वसदा कौन कौन नहीं वसदा ये जिहड़ी संगत ये उन्हां दे आखिरी जिहड़ा जे वो घर आ 7वां जिथे गुरु पीर वसदे आ ये उदों अगे भी टप गए क्योंकि ये परमात्मा च समा गए।
ਕੀ ਅਸੀਂ ਪਰਮਾਤਮਾ ਸਮਾਏ ਆ ਜਾਂ ਹਜੇ ਵੀ ਅਸੀਂ ਪੰਜ ਤੱਤ ਦੇ ਮੰਨਣ ਵਾਲੇ ਹਾਂ? ਸ਼ਾਸਤਵਾਦੀ ਵਿੱਚ ਸਮਾਈ ਆ ਜਿੱਥੇ ਭਰਨੀਆਂ ਭੈਣ ਨਾਲ ਚੱਟੀਆਂ, ਉਹਦੇ ਵਿੱਚ ਸਮਾ ਜਾਓਗੇ। ਫਿਰ ਸਾਨੂੰ ਆਪਣੇ ਕਰਮਾਂ ਦੀ ਚੱਟੀ ਨਹੀਂ ਭਰਨੀ ਪੈਗੀ ਕਿ ਮੈਂ ਆਹ ਕੀਤਾ ਸੀ ਤੇ ਮੈਨੂੰ ਆਹ ਸਜ਼ਾ ਮਿਲੇਗੀ, ਆਹ ਕੀਤਾ ਸੀ ਤੇ ਮੈਨੂੰ ਆਹ ਸਜ਼ਾ ਮਿਲੇਗੀ। ਭਰਨੀਆਂ ਪੈਣ ਨਾ ਚੱਟੀਆਂ, ਸਜ਼ਾ ਸਕੇ ਨਾ ਕੋਈ ਭੁਗਤਾਈ ਆ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ ਸੱਚ ਦਾ ਪਰਦਾ ਆਪ ਉਠਾਈ ਆ। ਹੇ ਗੁਰਮੁਖੀ ਜਨੋ, ਸੱਚੇ ਪਾਤਸ਼ਾਹ ਦਇਆ ਕਰਨ, ਕਿਰਪਾ ਕਰਨ ਹਰ ਸੰਗਤ ਦੇ ਉੱਤੇ, ਸਾਨੂੰ ਆਪਣੇ ਕਰਮਾਂ ਦੀ ਚੱਟੀ ਨਾ ਭਰਨੀ ਪਵੇ। ਸੱਚੇ ਪਾਤਸ਼ਾਹ ਦਾ ਤਸੀਜਾ ਅੱਜ ਉਹਦੀ ਸੰਗਤ ਦਾ ਜਨਮ ਦਿਨ ਮਨਾ ਰਿਹਾ ਜੀ ਆਪਣਾ, ਪਰ ਉਹਦੇ ਪੁੱਤਰ ਧੀ ਕਰਕੇ ਮਨਾ ਰਿਹਾ ਜੀ। ਸੱਚੇ ਪਾਤਸ਼ਾਹ ਜੀ ਸਾਡੇ ਕੋ ਕਰਮਾਂ ਵੱਲੇ ਨਾ ਦੇਖੇ, ਆਪਣੀ ਰਹਿਮਤ ਵੱਲੇ ਵੇਖੇ, ਸੰਗਤ ਦੇ ਉੱਤੇ ਤਰਸ ਕਰੇ, ਇਹਨੂੰ ਤੱਤੀ ਵਾਹ ਨਾ ਲੱਗਣ ਦੇ ਵਿੱਚ ਰਾਸੀ ਦੀ ਸਾਰੇ ਜਿਹੜੇ ਆ ਇਹ ਸੱਚਖੰਡ ਦੇ ਵਿੱਚ ਪੁੱਜਣ। ਇਹਨਾਂ ਸ਼ਬਦਾਂ ਨਾਲ ਖਿਮਾ ਮੰਗਾਂਗਾ, ਥੋੜ੍ਹਾ ਚਿਰ ਹੀ ਸਹੀ ਪਰ ਫਿਰ ਵੀ ਸੰਗਤ ਦਾ ਦਰਸ਼ਨ ਕਰਨ ਆ ਗਿਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੀ